ਬੜੀ ਵਾਰ ਇਹ ਕਥਾ ਹੈ ਘੱਲੂਘਾਰਿਆਂ ਦੀ, ਜੰਗਾਂ ਯੁੱਧਾਂ ਦੀ, ਦੁੱਖਾਂ ਤੇ ਮੁਸੀਬਤਾਂ ਦੀ। ਕੁਠਾਲੀ 'ਚ ਪੈ ਕੇ ਖਾਲਸਾ ਸੋਨਾ ਬਣ ਗਿਆ। ਉਹ ਪਿਆਰ ਨਾਲ ਸੁਣੋ, ਆਖੋ ਸਤਨਾਮ ਸ੍ਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਗਿਲਜਾਂ ਤੇ ਹਿੰਦ ਛੁੱਟ ਗਈ, ਰਹਿਓ ਅਟਕ ਕਸ਼ਮੀਰ। ਗਿਲਜਾਂ ਕੋਲੋਂ ਹਿੰਦੁਸਤਾਨ ਦਾ ਰਾਜ ਖੁੱਸ ਗਿਆ ਪਠਾਣਾ ਕੋਲੋਂ। ਸਿਰਫ ਅਟਕ ਤੇ ਕਸ਼ਮੀਰ ਵਿੱਚ ਪਠਾਣਾ ਦਾ ਕਬਜ਼ਾ ਰਹਿ ਗਿਆ। ਦਿੱਲੀ, ਸਰਹੰਦ, ਜਲੰਧਰ ਤੇ ਲਾਹੌਰ ਤੋਂ ਪਠਾਨ ਉਖੜ ਗਏ। ਹਿੰਦ ਪਾਤਸ਼ਾਹ ਲੈਨ ਫਿਰ ਕਰੀ ਸ਼ਾਹ ਤਦਬੀਰ। ਹੁਣ ਅਹਿਮਦ ਸ਼ਾਹ ਅਬਦਾਲੀ ਨੇ ਇਰਾਦਾ ਕੀਤਾ, ਕਾਬਲ 'ਚ ਬੈਠੇ ਹੋਏ ਨੂੰ ਪਤਾ ਲੱਗਾ ਕਿ ਆਪਾਂ ਹੁਣ ਪਠਾਣਾ ਦਾ ਰਾਜ ਫੇਰ ਕਾਇਮ ਕਰਨਾ ਹਿੰਦੁਸਤਾਨ ਵਿੱਚ। ਮੁਗਲਾਂ ਦੇ ਪਠਾਣਾ ਦੀ ਬੜੀ ਪੁਰਾਣੀ, ਕੋਈ 500 ਸਾਲ ਤੋਂ ਲੜਾਈ ਚੱਲੀ ਆ ਰਹੀ ਸੀ ਹਿੰਦੁਸਤਾਨ ਦੇ ਤਖਤ ਵਾਸਤੇ। ਕਦੀ ਪਠਾਨ ਬਾਦਸ਼ਾਹ ਬਣ ਜਾਂਦੇ ਸੀ ਤੇ ਕਦੀ ਮੁਗਲ ਕਬਜ਼ਾ ਕਰ ਲੈਂਦੇ ਸੀ, ਕਦੀ ਫਿਰ ਪਠਾਨ ਆ ਜਾਂਦੇ ਸੀ। ਸੋ ਪਿੱਛੇ 200 ਸਾਲ ਤਾਂ ਮੁਗਲਾਂ ਦਾ ਰਾਜ ਰਿਹਾ। ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਬਾਬਰ ਬਾਦਸ਼ਾਹ ਨੂੰ ਮਹਾਰਾਜ ਗੁਰੂ ਨਾਨਕ ਸਾਹਿਬ 7 ਪੁਸਤਾਂ ਦੀ ਬਾਦਸ਼ਾਹੀ ਬਖਸ਼ਿਸ਼ ਕੀਤੀ ਸੀ। ਉਹਦੇ ਕਰਕੇ ਮੁਗਲਾਂ ਦਾ ਰਾਜ ਰਿਹਾ। ਪਰ ਹੁਣ ਪਠਾਨ ਫਿਰ ਦੁਬਾਰਾ ਉਸੇ ਗੱਲ ਨੂੰ ਚੇਤੇ ਕਰ ਰਿਹਾ। ਅਹਿਮਦ ਸ਼ਾਹ ਅਬਦਾਲੀ ਪਠਾਨ ਹੈ। ਉਹ ਕਹਿੰਦਾ ਮੈਂ ਹਿੰਦੁਸਤਾਨ ਦਾ ਬਾਦਸ਼ਾਹ ਬਣਨਾ ਹੈ। ਚੌਬਈ ਲਾਹੌਰੇ ਛੋੜ ਗਿਆ ਉਸ ਬੇਟਾ। ਉਹਦਾ ਬੇਟਾ ਸੀ ਤੈਮੂਰ ਸ਼ਾਹ, ਜਿਹੜਾ ਲਾਹੌਰ ਦਾ ਸੂਬੇਦਾਰ ਬਣਿਆ ਬੈਠਾ ਸੀ। ਉਹਦੇ ਵੀ ਸਿੰਘਾਂ ਦੇ ਸਮੇਂ ਪੈਰ ਉਖੜ ਗਏ ਤੇ ਡਰ ਕੇ ਉਹ ਵੀ ਤੈਮੂਰ ਸ਼ਾਹ ਲਾਹੌਰ ਛੱਡ ਕੇ ਚਲਾ ਗਿਆ। ਲੱਗੀ ਅੱਗ ਤਬ ਤੇ ਉਸ ਬੇਟਾ। ਜਦੋਂ ਦਾ ਤੈਮੂਰ ਲਾਹੌਰ ਛੱਡ ਕੇ ਗਿਆ ਸੀ, ਅਬਦਾਲੀ ਦੇ ਪੇਟ ਵਿੱਚ ਸੂਲ ਉੱਠ ਰਹੇ ਸਨ। ਇਸ ਗੱਲ ਦਾ ਉਹਨੂੰ ਬੜਾ ਭਾਰੀ ਦੁੱਖ ਸੀ। ਅੱਗ ਲੱਗੀ ਹੋਈ ਸੀ, ਉਹਨੂੰ ਢਿੱਡ ਪੀੜ ਪਈ ਹੋਈ ਸੀ ਇਸ ਗੱਲ ਦੀ ਵੀ ਮੇਰਾ ਬੇਟਾ ਲਾਹੌਰ ਤੋਂ ਭਜਾ ਦਿੱਤਾ ਹੈ ਮਰਾਠਿਆਂ ਨੇ ਤੇ ਸਿੱਖਾਂ ਨੇ। 3 ਲੱਖ ਫੌਜ ਫੇਰ ਕਰ ਲਿਆਇਓ। ਸੋ ਫਿਰ ਅਬਦਾਲੀ ਨੇ ਕਾਬਲ ਦੇ ਵਿੱਚ 3 ਲੱਖ ਫੌਜ ਪਠਾਣਾ ਦੀ ਇਕੱਠੀ ਕੀਤੀ। 3 ਲੱਖ ਫੌਜ ਇਕੱਠੀ ਕਰਕੇ ਪੂਰੇ ਹਿੰਦੁਸਤਾਨ ਨੂੰ ਫਤਿਹ ਕਰਨ ਦਾ ਇਰਾਦਾ ਲੈ ਕੇ 1758 ਵਿੱਚ ਹਿੰਦੁਸਤਾਨ ਤੇ ਹਮਲਾ ਕੀਤਾ। 1815 ਚੜਿਆਇਓ। 1815 ਬਿਕਰਮੀ 1758 ਈਸਵੀ ਨੂੰ ਚੜ ਆਇਆ ਹਿੰਦੁਸਤਾਨ ਤੇ। ਮਾਰ ਮਰਾਠੇ ਅੱਗੇ ਧਰੇ। ਉਹਨੇ ਮਰਾਠਿਆਂ ਨੂੰ ਮਾਰ ਕੇ ਅੱਗੇ ਲਾ ਲਿਆ, ਕਿਉਂਕਿ ਮਰਾਠੇ ਪੰਜਾਬ ਵਿੱਚ ਵਧੇ ਬੈਠੇ ਸਨ। ਮਰਾਠਿਆਂ ਦਾ ਗਾਜਦੀਨ ਦੇ ਨਾਲ ਸਮਝੌਤਾ ਸੀ ਤੇ ਗਾਜਦੀਨ ਮਰਾਠਿਆਂ ਨੂੰ ਲੈ ਕੇ ਆਇਆ ਸੀ। ਉਹ ਮੁਗਲ ਸੀਗਾ ਤੇ ਸਿੱਖਾਂ ਨੇ ਵੀ ਮਰਾਠਿਆਂ ਦੀ ਮਦਦ ਉਸ ਵੇਲੇ ਕੀਤੀ ਸੀ ਜਦੋਂ ਸਰਹੰਦ ਫਤਿਹ ਕਰਨ ਲੱਗੇ ਸਨ। ਪਰ ਬਾਅਦ ਵਿੱਚ ਸਰਹੰਦ ਲੁੱਟਣ ਦੇ ਮਾਮਲੇ 'ਚ ਮਰਾਠਿਆਂ ਤੇ ਸਿੱਖਾਂ ਦੀ ਆਪਸੀ ਲੜਾਈ ਹੋ ਗਈ ਸੀ। ਇਹ ਘੂਰ-ਮਘੂਰੀ ਚੱਲਦੀ ਰਹੀ ਸੀ ਆਪਸ ਵਿੱਚ। ਹੁਣ ਮਰਾਠਿਆਂ ਦੇ ਪੈਰ ਅਬਦਾਲੀ ਨੇ ਉਖੇੜ ਦਿੱਤੇ। ਅਬਦਾਲੀ ਆਇਆ ਚੜ੍ਹ ਕੇ 3 ਲੱਖ ਫੌਜ ਲੈ ਕੇ। ਉਹਨੇ ਪੰਜਾਬ 'ਚੋਂ ਮਰਾਠੇ ਕੱਢ ਦਿੱਤੇ। ਮਾਰ ਪਜਾਏ ਜੈ ਜੈ ਲੜੈ। ਜਿੱਥੇ ਜਿੱਥੇ ਮਰਾਠਿਆਂ ਦੀ ਤੇ ਅਬਦਾਲੀ ਦੀ ਲੜਾਈ ਹੋਈ, ਮਰਾਠਿਆਂ ਦੀ ਹਾਰ ਹੁੰਦੀ ਰਹੀ, ਅਬਦਾਲੀ ਜਿੱਤਦਾ ਗਿਆ। ਦਿੱਲੀ ਬਿਨਾ ਰਹਿਓ ਨਾ ਠਾਣਾ। ਦਿੱਲੀ ਤੋਂ ਬਿਨਾ ਹੋਰ ਕੋਈ ਮਰਾਠਿਆਂ ਦਾ ਟਿਕਾਣਾ ਨਾ ਰਿਹਾ। ਯਾਨੀ ਸਰਹੰਦ ਵਿੱਚ ਵੀ ਮਰਾਠਿਆਂ ਦੇ ਪੈਰ ਉਖੜ ਗਏ, ਲਾਹੌਰ ਤੋਂ ਉਖੜੇ ਹੀ ਸਨ। ਪੰਜਾਬ ਵਿੱਚੋਂ ਨਿਕਲੇ ਤੇ ਦਿੱਲੀ ਤੱਕ ਉਹਨਾਂ ਨੂੰ ਕੋਈ ਸਹਾਰਾ ਨਾ ਮਿਲਿਆ। ਚੁਨਕੂ ਜੱਟ ਕੇ ਪਾਸ ਲਕਾਨਾ। ਫਿਰ ਉਸ ਤੋਂ ਪਰਾਂ ਝੁਣਕੂ ਜੱਟ ਜਵਾਹਰ ਮੱਲ ਦਾ ਇਲਾਕਾ, ਭਰਤਪੁਰ ਦਾ ਜਿਹੜਾ ਸਾਧ ਸੰਗਤ ਜੀ ਮਥੁਰਾ ਦਾ ਇਲਾਕਾ ਹੈ, ਉਹਦੇ ਕੋਲ ਜਾ ਕੇ ਪਠਾਣਾ ਨੇ ਮਰਾਠਿਆਂ ਨੇ ਸਾਹ ਲਿਆ ਹੈ। ਸਭ ਮੁਸਲਮਾਨੀ ਇਕੱਠੀ ਪਈ। ਹੁਣ ਫਿਰ ਕੀ ਹੋਇਆ, ਮਰਾਠੇ ਹਿੰਦੂ ਸਨ ਤੇ ਮੁਸਲਮਾਨ ਮੁਗਲ ਤੇ ਪਠਾਨ ਇਕੱਠੇ ਹੋ ਗਏ। ਦੇਖੋ ਜਿਹੜੇ ਸਦੀਆਂ ਦੇ ਵੈਰੀ ਸੀਗੇ, ਜਦੋਂ ਉਹਨਾਂ ਨੇ ਦੇਖਿਆ ਵੀ ਆਪਾਂ ਹਿੰਦੂਆਂ ਨੂੰ ਭਜਾ ਦਈਏ, ਪਹਿਲਾਂ ਮੁਸਲਮਾਨ ਆਪਾਂ ਇਕੱਠੇ ਹੋ ਜਾਈਏ, ਫਿਰ ਉਸ ਵੇਲੇ ਇਹਨਾਂ ਨੇ ਮਰਾਠਿਆਂ ਨੂੰ ਭਜਾਉਣ ਵਾਸਤੇ ਆਪਸ ਵਿੱਚ ਸੁਲ੍ਹਾ ਕਰ ਲਈ। ਮੁਗਲ ਪਠਾਨਨ ਇੱਕ ਮਤ ਠਈ। ਮੁਗਲਾਂ ਤੇ ਪਠਾਣਾ ਨੇ ਇੱਕ ਮਤ ਕਰ ਲਈ ਕਿ ਆਪਾਂ ਹਿੰਦੂਆਂ ਨੂੰ ਤੇ ਸਿੱਖਾਂ ਨੂੰ ਭਜਾ ਕੇ ਪਹਿਲਾਂ ਮੁਸਲਮਾਨੀ ਰਾਜ ਕਾਇਮ ਕਰੀਏ, ਫਿਰ ਆਪਸ ਵਿੱਚ ਲੜਦੇ ਰਹਾਂਗੇ। ਸੋ ਪਠਾਨ ਮਰਾਠੇ ਬਹੁਤ ਜ਼ਿਆਦਾ ਤਾਕਤ ਫੜ ਚੁੱਕੇ ਸਨ। ਲਗਭਗ 2-2 ਲੱਖ 2.5 ਲੱਖ ਮਰਾਠਾ ਚੜ੍ਹ ਕੇ ਆਉਂਦਾ ਸੀਗਾ। ਅਬਦਾਲੀ ਨੇ ਉਹਨਾਂ ਨੂੰ ਅੱਗੇ ਲਾ ਲਿਆ, ਨਾਲ ਮੁਗਲ ਵੀ ਰਲ ਗਏ। ਮੁਗਲਾਂ ਨੇ ਵੀ, ਹਾਲਾਂਕਿ ਜਦੋਂ ਮੁਗਲਾਂ ਨੂੰ ਲੋੜ ਪੈਂਦੀ ਸੀ ਤਾਂ ਮਰਾਠਿਆਂ ਨੂੰ ਬੁਲਾਉਂਦੇ ਸਨ ਆਪਣੀ ਮਦਦ ਲਈ, ਪਰ ਜਦੋਂ ਮਰਾਠਿਆਂ ਤੇ ਮੁਸੀਬਤ ਪਈ ਤੇ ਮੁਗਲਾਂ ਨੇ ਉਹਦਾ ਸਾਥ ਨਹੀਂ ਦਿੱਤਾ। ਦਈਆ ਮਰਾਠਣਾ ਦੇਸੋਂ ਕਢਾਏ। ਮੁਸਲਮਾਨ ਸਾਰੇ ਮੁਗਲ ਵੀ ਮੁਸਲਮਾਨ ਤੇ ਪਠਾਨ ਵੀ ਮੁਸਲਮਾਨ,
ਇਕੱਠੇ ਹੋ ਕੇ ਕਹਿੰਦੇ ਆ ਆਪਾਂ ਮਰਾਠਿਆਂ ਨੂੰ ਕੱਢੀਏ, ਪਰ ਨਹੀਂ ਤਾਂ ਇਹ ਸਾਨੂੰ ਅੱਗੇ ਲਾ ਲੈਣਗੇ, ਹਿੰਦੂਆਂ ਦਾ ਰਾਜ ਹੋ ਜਾਏਗਾ। ਹੈ ਮੁਸਲਮਾਨਨ ਇਹ ਦੁਖਦਾਈ। ਇਹ ਮੁਸਲਮਾਨਾਂ ਲਈ ਦੁਖਦਾਈ ਹਨ, ਇਹ ਸ਼ਿਵਾਜੀ ਨੂੰ ਮੰਨਦੇ ਹਨ। ਉਧਰ ਪੰਜਾਬ ਦੇ ਸਿੱਖ ਵੀ ਗੁਰੂ ਗੋਬਿੰਦ ਸਿੰਘ ਨੂੰ ਮੰਨਣ ਵਾਲੇ ਸਾਡੇ ਲਈ ਖਤਰਨਾਕ ਹਨ। ਇਸ ਲਈ ਆਪਾਂ ਮੁਸਲਮਾਨੀ ਰਾਜ ਰੱਖੀਏ, ਆਪਸ 'ਚ ਨਾ ਲੜੀਏ, ਪਹਿਲਾਂ ਮਰਾਠਿਆਂ ਨੂੰ ਭਜਾਈਏ, ਫਿਰ ਸਿੱਖਾਂ ਨੂੰ ਦੇਖਾਂਗੇ। ਦੋਹਰਾ ਸਭ ਮੁਸਲਮਾਨਨ ਕਸਮ ਕਰ, ਇੱਕੋ ਕਰੀ ਸਲਾਹ। ਉਹ ਫਿਰ ਪੱਖਪਾਤੀ, ਜਿਵੇਂ ਮਹਾਰਾਜ ਨੇ ਆਖਿਆ ਹਿੰਦੂ ਅੰਨਾ ਤੁਰਕੂ ਕਾਣਾ, ਪੱਖਪਾਤ 'ਚ ਆ ਗਏ, ਆਪਣੇ ਪੱਖ ਦਾ ਖਿਆਲ ਰੱਖਿਆ ਤੇ ਸਾਰੇ ਇਕੱਠੇ ਹੋ ਕੇ ਸਲਾਹ ਕੀਤੀ, ਇਹਨਾਂ ਨੇ ਕਸਮਾਂ ਪਾ ਲਈਆਂ। ਹਿੰਦੁਸਤਾਨ ਵਜ਼ੀਰ ਤਿੰਨ, ਓ ਕੰਧਾਰੀ ਪਤਸ਼ਾਹੇ। ਹਿੰਦੁਸਤਾਨ ਦੇ 3 ਵਜ਼ੀਰ ਤੇ ਅਹਿਮਦ ਸ਼ਾਹ ਅਬਦਾਲੀ, ਇਹਨਾਂ ਨੇ ਆਪਸ ਵਿੱਚ ਇਹ ਗੱਟੀ ਗਣ ਲਈ ਕਿ ਆਪਾਂ ਮਰਾਠਿਆਂ ਨੂੰ ਦਿੱਲੀੋਂ ਕੱਢ ਦਈਏ। ਚੌਪਈ ਮਤੋਂ ਪਕਾਏ, ਜੱਟ ਪੈ ਚੜੇ। ਸਾਰਿਆਂ ਨੇ ਮਤਾ ਕਰ ਲਿਆ। ਅਹਿਮਦ ਸ਼ਾਹ ਅਬਦਾਲੀ ਨਾਲ ਸੀਗਾ, ਤੇ ਜਿਹੜਾ ਨਜੀਬ ਖਾਨ ਰੋਹੇਲਾ ਉਹ ਤਾਂ ਹੈ ਹੀ ਅਹਿਮਦ ਸ਼ਾਹ ਅਬਦਾਲੀ ਦਾ ਖਾਸ ਬੰਦਾ ਸੀ, ਤੇ ਦੂਜੇ ਵੀ ਜਿਹੜੇ ਮਨਸੂਰ ਅਲੀ ਵਗੈਰਾ ਵਜ਼ੀਰ ਸਨ ਉਹ ਵੀ ਇਹਨਾਂ ਦੇ ਨਾਲ ਰਲ ਗਏ। ਇਹਨਾਂ ਨੇ ਬੜੀ ਭਾਰੀ ਫੌਜ ਦਿੱਲੀੋਂ ਚੜਾਈ, ਭਰਤਪੁਰ ਦੇ, ਮਥੁਰਾ ਦੇ, ਕੋਇਲ ਦੇ ਇਲਾਕੇ ਤੇ ਹੱਲਾ ਬੋਲ ਦਿੱਤਾ। ਮਤਰੋ ਮਾਰ ਹਿੰਦੂ ਬਹੁ ਫੜੇ। ਮਥੁਰਾ ਸ਼ਹਿਰ ਵਿੱਚ ਅਬਦਾਲੀ ਨੇ ਕਤਲੇਆਮ ਕੀਤੀ, ਸੈਂਕੜੇ ਮੰਦਰ ਢਾਹ ਦਿੱਤੇ, ਹਜ਼ਾਰਾਂ ਹਿੰਦੂ ਕਤਲ ਕੀਤੇ, ਤੇ ਹਿੰਦੂਆਂ ਨੂੰ ਗ੍ਰਿਫਤਾਰ ਕਰਕੇ ਲੜਕੀਆਂ ਤੇ ਬੱਚੇ ਬੰਨ੍ਹ ਕੇ ਉਹ ਕਾਬਲ ਵੱਲ ਲੈ ਕੇ ਵੀ ਗਿਆ ਸੀ। ਹਾਂਜੀ, ਕੋਇਲ ਕੋ ਗੜ ਲਿਓ ਛੁਡਾਏ। ਕੋਇਲ ਜਿਹਨੂੰ ਅੱਜ ਕੱਲ ਅਲੀਗੜ੍ਹ ਕਹਿੰਦੇ ਆ, ਅਲੀਗੜ੍ਹ ਮੁਸਲਮਾਨਾਂ ਦੀ ਬੜੀ ਵੱਡੀ ਹੁਣ ਯੂਨੀਵਰਸਿਟੀ ਬਣੀ ਹੋਈ ਹੈ, ਅਲੀਗੜ੍ਹ ਯੂਨੀਵਰਸਿਟੀ। ਪਹਿਲਾਂ ਉਸ ਸ਼ਹਿਰ ਦਾ ਨਾਮ ਸੀ ਕੋਇਲ, ਅਲੀਗੜ੍ਹ ਬਾਅਦ ਵਿੱਚ ਮੁਸਲਮਾਨਾਂ ਨੇ ਨਾਮ ਰੱਖਿਆ। ਕਈ ਸ਼ਹਿਰਾਂ ਦੇ ਨਾਮ ਮੁਸਲਮਾਨਾਂ ਨੇ ਬਦਲ ਦਿੱਤੇ, ਜਿਵੇਂ ਪ੍ਰਯਾਗ ਦਾ ਨਾਮ ਇਲਾਹਾਬਾਦ ਕਰ ਦਿੱਤਾ, ਹੋਰ ਕਈ ਸ਼ਹਿਰਾਂ ਦੇ ਨਾਮ ਬਦਲੇ। ਕੋਇਲ ਦਾ ਨਾਮ ਉਹਨਾਂ ਨੇ ਅਲੀਗੜ੍ਹ ਰੱਖਿਆ, ਪਰ ਪਹਿਲਾ ਨਾਮ ਕੋਇਲ ਸੀਗਾ। ਕੋਇਲ ਯਾਨੀ ਅਲੀਗੜ੍ਹ ਸ਼ਹਿਰ ਵੀ ਮਰਾਠਿਆਂ ਕੋਲ ਸੀਗਾ, ਉਹ ਵੀ ਅਬਦਾਲੀ ਨੇ ਮਰਾਠਿਆਂ ਤੋਂ ਛੁਡਾ ਲਿਆ। ਮਰਹਟਨ ਕੀ ਦਈਪਤ ਗਵਾਏ। ਜਿਹੜੀ ਮਰਾਠਿਆਂ ਦੀ ਚੜ੍ਹਵਗੀ ਸੀ ਹਿੰਦੁਸਤਾਨ ਉੱਤਰੀ ਭਾਰਤ ਵਿੱਚ, ਉਹ ਖਤਮ ਕਰ ਦਿੱਤੀ ਤੇ ਮਰਾਠੇ ਵਾਪਸ ਮਹਾਰਾਸ਼ਟਰ ਨੂੰ ਭੱਜਣ ਲਈ ਮਜਬੂਰ ਹੋ ਗਏ। ਤਬ ਵੈ ਆਏ ਲਾਹੌਰੋਂ ਰਹਿਓ। ਤਾਂ ਅਹਿਮਦ ਸ਼ਾਹ ਅਬਦਾਲੀ ਲਾਹੌਰ ਆ ਕੇ ਬਹਿ ਗਿਆ। ਉਹਨੇ ਲਾਹੌਰ ਤੇ ਪੂਰਾ ਕਬਜ਼ਾ, ਕਿਉਂਕਿ ਲਾਹੌਰ ਵੱਡਾ ਸੂਬਾ ਸੀ ਪੰਜਾਬ ਦਾ, ਇੱਥੇ ਉਹਨੂੰ ਸਾਰੇ ਪਾਸੇ ਸੌਖ ਰਹਿੰਦੀ ਸੀ। ਲਾਹੌਰ ਬੈਠਾ ਅਬਦਾਲੀ ਹਿੰਦੁਸਤਾਨ ਤੇ ਵੀ ਕੰਟਰੋਲ ਕਰ ਸਕਦਾ ਸੀ ਤੇ ਅਫਗਾਨਿਸਤਾਨ ਉੱਤੇ ਵੀ। ਹਾਂਜੀ, ਪੰਜ ਸੂਬਨ ਸਿਰ ਤੰਤ ਹੈ ਲਿਓ। 5 ਸੂਬਿਆਂ ਦੀ ਇੱਥੋਂ ਉਹਨੇ ਅਗਵਾਈ ਕੀਤੀ, 5 ਸੂਬਿਆਂ ਦਾ ਰਾਜ ਲਾਹੌਰ ਬਹਿ ਕੇ ਕੀਤਾ। ਕਸ਼ਮੀਰ ਮੁਲਤਾਨ ਪਖਰ ਅਟਕ। ਇੱਕ ਤਾਂ ਸੂਬਾ ਕਸ਼ਮੀਰ, ਇੱਕ ਸੂਬਾ ਮੁਲਤਾਨ, ਇੱਕ ਸੂਬਾ ਪੱਖਰ ਤੇ ਸੂਬਾ ਅਟਕ। ਲਾਹੌਰ ਰਹਿਣ ਕਰ ਲੈ ਲੈ ਸਟਕ। ਲਾਹੌਰ ਰਹਿਣ ਦੇ ਨਾਲ ਇਹਨਾਂ 5 ਸੂਬਿਆਂ ਤੋਂ ਉਹ ਮਾਮਲਾ ਉਗਰਾ ਰਿਹਾ ਸੀ। 5 ਸੂਬਿਆਂ ਦੇ ਵਿੱਚ ਅੱਧੇ ਹਿੰਦੁਸਤਾਨ ਦਾ ਸਮਝੋ ਭਾਰਤੀ ਉੱਤਰੀ ਭਾਰਤ ਦਾ ਹਿੱਸਾ ਸਾਰਾ ਉਹਦੇ ਕਬਜ਼ੇ 'ਚ ਆ ਗਿਆ ਸੀ। ਤਬ ਵੈ ਸਿੰਘਨ ਮਾਰਿਓ ਚਾਹੈ। ਮਰਾਠਿਆਂ ਵੱਲੋਂ ਅਬਦਾਲੀ ਬੇਫਿਕਰ ਹੋ ਕੇ ਹੁਣ ਸਿੱਖਾਂ ਨੂੰ ਮਾਰਨ ਤੇ ਤਿਆਰ ਹੋਇਆ। 1758 ਵਿੱਚ ਪਹਿਲਾਂ ਉਹਨੇ ਮਰਾਠੇ ਕੱਢੇ ਉੱਤਰੀ ਭਾਰਤ ਵਿੱਚੋਂ। ਜਦੋਂ ਮਰਾਠੇ ਚਲੇ ਗਏ ਤਾਂ ਅਬਦਾਲੀ ਨੇ ਸੋਚਿਆ ਹੁਣ ਸਿੱਖਾਂ ਦਾ ਵੀ ਮੈਂ ਕੰਮ ਖਤਮ ਕਰ ਦਿਆਂ, ਕਿਉਂਕਿ ਸਿੱਖ ਜਿਹੜੇ ਹਨ ਉਹ ਪੰਜਾਬ ਵਿੱਚ ਮੇਰੇ ਪੈਰ ਲੱਗਣ ਨਹੀਂ ਦਿੰਦੇ। ਸਿੱਖਾਂ ਦਾ, ਮੁਗਲਾਂ ਦਾ ਤੇ ਪਠਾਣਾਂ ਦਾ ਇਹ ਸਾਧ ਸੰਗਤ ਜੀ ਤਿਕੋਣਾ ਟਾਕਰਾ ਸੀਗਾ, ਇਹ ਤਿੱਕੜੀ ਸੀਗੀ। ਪੰਜਾਬ ਦੇ ਉੱਤੇ ਕਬਜ਼ਾ ਪਹਿਲਾਂ ਮੁਗਲਾਂ ਦਾ ਸੀ, ਮੁਗਲ ਕਹਿੰਦੇ ਸੀ ਸਾਡਾ ਹੀ ਕਬਜ਼ਾ ਰਵੇ। ਜ਼ਕਰੀਆ ਖਾਨ ਮੁਗਲ ਸੀ, ਉਹਦਾ ਪੁੱਤਰ ਜਹੀਆ ਖਾਨ ਸ਼ਾਹ ਨਵਾਜ਼ ਮੁਗਲ ਸੀ, ਮੀਰ ਮੰਨੂ ਮੁਗਲ ਸੀ। ਤੇ ਇਹ ਜਿਹੜੇ ਬਾਅਦ ਸੂਬੇਦਾਰ ਹੋਏ, ਇਹਨਾਂ ਨੇ ਕੋਸ਼ਿਸ਼ ਇਹ ਰੱਖੀ ਕਿ ਸਾਡਾ ਮੁਗਲਾਂ ਦਾ ਰਾਜ ਰਵੇ। ਪਰ ਦਿੱਲੀ 'ਚ ਮੁਗਲ ਢਿੱਲੇ ਪੈਣ ਕਰਕੇ ਦਿੱਲੀ ਤੋਂ ਮਦਦ ਨਹੀਂ ਸੀ ਆਉਂਦੀ, ਇਸ ਕਰਕੇ ਮੀਰ ਮੰਨੂ ਨੇ ਅਬਦਾਲੀ ਨਾਲ ਸੁਲ੍ਹਾ ਕੀਤੀ, ਆਪਣੀ ਜਾਨ ਬਚਾਈ। ਉਸ ਤੋਂ ਬਾਅਦ ਅਬਦਾਲੀ ਦੇ ਪੈਰ ਲੱਗਣੇ ਸ਼ੁਰੂ ਹੋ ਗਏ ਪੰਜਾਬ ਵਿੱਚ। ਹੁਣ ਪਠਾਣਾਂ ਨੂੰ ਹੋ ਗਿਆ ਵੀ ਅਸੀਂ ਘੱਟੋ ਘੱਟ ਪੰਜਾਬ ਨੂੰ ਤਾਂ ਅਫਗਾਨਿਸਤਾਨ ਦਾ ਹਿੱਸਾ ਬਣਾਉਣਾ। ਜੇ ਪੰਜਾਬ ਅਫਗਾਨਿਸਤਾਨ ਦਾ ਹਿੱਸਾ ਬਣ ਗਿਆ ਫਿਰ ਦਿੱਲੀ ਜਿਹੜੀ ਹੈ ਉਹ ਵੀ ਸਾਡੇ ਤੋਂ ਦੂਰ ਨਹੀਂ, ਅਸੀਂ ਦਿੱਲੀ ਤੇ ਵੀ ਕਬਜ਼ਾ ਕਰ ਲਵਾਂਗੇ। ਪਰ ਤੀਸਰੀ ਤਾਕਤ ਸੀ ਗੁਰੂ ਕਲਗੀਧਰ ਪਾਤਸ਼ਾਹ ਦਾ ਸਾਜਿਆ ਖਾਲਸਾ ਪੰਥ, ਜਿਹੜੇ ਕਹਿੰਦੇ ਸਨ ਵੀ ਨਾ ਪਠਾਣਾਂ ਨੂੰ ਰਹਿਣ ਦੇਣਾ ਇੱਥੇ ਤੇ ਨਾ ਮੁਗਲਾਂ ਨੂੰ। ਪੰਜਾਬ ਦੇ ਉੱਤੇ ਸਿੰਘਾਂ ਦਾ ਹੱਕ ਹੈ, ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਇੱਥੇ ਰਾਜ ਕਰਨਗੇ। ਇਹ ਤਿੰਨੇ ਤਾਕਤਾਂ ਆਪਸ 'ਚ ਲੜਦੀਆਂ। ਤਾਂ ਮੁਗਲਾਂ ਨੇ ਜ਼ੋਰ ਲਾਇਆ ਸਿੱਖਾਂ ਨੂੰ ਖਤਮ ਕਰਨ ਲਈ।
ਬਾਅਦ ਵਿੱਚ ਮੁਗਲ ਤਾਂ ਸਿੱਖਾਂ ਵੱਲੋਂ ਕੰਨ ਵਲੇਟ ਕੇ ਬਹਿ ਗਏ। ਹੁਣ ਪਠਾਨਾਂ ਦੀ ਤਾਕਤ ਹੈ ਤੇ ਪਠਾਨ ਕਹਿੰਦੇ ਆ ਵੀ ਆਪਾਂ ਸਿੱਖਾਂ ਨੂੰ ਖਤਮ ਕਰੀਏ, ਨਹੀਂ ਤਾਂ ਇਹ ਸਾਨੂੰ ਪੰਜਾਬ 'ਚ ਰਹਿਣ ਨਹੀਂ ਦੇਣਗੇ। ਜਹਾਨ ਖਾਨ ਸੋ ਗੈਲੇ ਰਹਿ। ਸੂਬਾ ਜਹਾਨ ਖਾਨ, ਜਿਹਦੇ ਨਾਲ ਬਾਬਾ ਦੀਪ ਸਿੰਘ ਜੀ ਦੀ ਵੀ ਜੰਗ ਹੋਈ ਹੈ, ਬਾਬਾ ਮਿੱਤ ਸਿੰਘ ਜੀ ਦੀ ਵੀ ਜੰਗ ਹੋਈ ਹੈ। ਜਹਾਨ ਖਾਨ ਬਹੁਤਾ ਚਿਰ ਪੰਜਾਬ ਤੇ ਰਿਹਾ। ਜਹਾਨ ਖਾਨ ਨਾਲ ਰਹਿੰਦਾ ਸੀ ਅਬਦਾਲੀ ਦੇ। ਜਦੋਂ ਅਬਦਾਲੀ ਕਾਬਲ ਜਾਂਦਾ ਸੀ ਤੇ ਜਹਾਨ ਖਾਨ ਨੂੰ ਸੂਬੇਦਾਰੀ ਦੇ ਕੇ ਪੰਜਾਬ ਦਾ ਪ੍ਰਬੰਧ ਦੇ ਕੇ ਜਾਂਦਾ ਸੀ। ਹਾਂਜੀ, ਸੋ ਮਾਰੋ ਜੋਈ ਹੱਥ ਆਵੇ। ਜਹਾਨ ਖਾਨ ਨੂੰ ਸੂਬੇ ਨੂੰ ਅਬਦਾਲੀ ਨੇ ਹੁਕਮ ਦੇ ਦਿੱਤਾ ਵੀ ਖੁੱਲ ਕੇ ਸਿੱਖਾਂ ਦਾ ਕਤਲੇਆਮ ਕਰ। ਜਿੱਥੇ ਕੋਈ ਸਿੱਖ ਮਿਲਦਾ ਹੈ ਕੱਲਾ ਦੁਕੱਲਾ ਛੱਡਣਾ ਨਹੀਂ, ਮਾਰ ਦੇਣੇ ਸਿੱਖ। ਵੈ ਬੋ ਸਿੰਘਨ ਹੱਥ ਨ ਲਗਾਵੇ। ਬਹੁਤੇ ਸਿੰਘਾਂ ਨੂੰ ਜਹਾਨ ਖਾਨ ਹੱਥ ਨਹੀਂ ਸੀ ਪਾਉਂਦਾ, ਪਰ ਕੱਲੇ ਦੁਕੱਲੇ 2 4 10 20 ਸਿੱਖ ਜਿੱਥੇ ਮਿਲਦੇ ਸਨ, ਨਿੱਕੇ ਜਥੇ ਸਿੱਖਾਂ ਦੇ ਮਿਲਦੇ ਸਨ, ਉੱਥੇ ਫੌਜ ਭੇਜ ਕੇ ਉਹਨਾਂ ਨੂੰ ਮਰਵਾ ਦਿੰਦਾ ਸੀ। ਦੋਹਰਾ ਸਿੰਘ ਪੀ ਤਿਸ ਕੋ ਬੋ ਲੁਟੈ, ਆਗੇ ਪਾਛੈ ਦੌੜ। ਸਿੰਘ ਵੀ ਉਹਨੂੰ ਚੰਗੀ ਤਰ੍ਹਾਂ ਪੈਂਦੇ ਸਨ। ਅੱਗੇ ਪਿੱਛੇ ਦੌੜ ਕੇ ਜੰਗਲਾਂ ਚੋਂ ਸਿੰਘ ਆਉਂਦੇ ਸਨ। ਜਹਾਨ ਖਾਨ ਦੀਆਂ ਅਬਦਾਲੀ ਦੀਆਂ ਫੌਜਾਂ ਦੇ ਘੋੜੇ ਖੋਹ ਕੇ ਲੈ ਜਾਂਦੇ ਸਨ। ਕਦੀ ਉਹਨਾਂ ਦਾ ਰਾਸ਼ਨ ਪਾਣੀ ਚੁੱਕ ਕੇ ਲੈ ਜਾਂਦੇ ਸਨ। ਕਦੀ ਸਰਕਾਰ ਦਾ ਮਾਮਲਾ ਜਾਂਦਾ ਹੋਵੇ ਜੀਟੀ ਰੋਡ ਤੋਂ, ਸਿੰਘ ਨਾਕਾ ਲਾ ਕੇ ਲੁੱਟ ਲਿਆ ਕਰਦੇ ਸਨ। ਸਿੰਘ ਵੀ ਕਦੀ ਕਿਤੇ ਰਾਤ ਬਰਾਤੇ ਛਾਪੇ ਮਾਰ ਕੇ ਅਬਦਾਲੀ ਨੂੰ ਲੁੱਟਿਆ ਕਰਦੇ ਸਨ। ਜਦੋਂ ਅਬਦਾਲੀ ਲੜਕੀਆਂ ਬੰਨ੍ਹ ਕੇ ਲੈ ਜਾਂਦਾ ਸੀਗਾ ਕਾਬਲ ਵੱਲ, ਤਾਂ ਸਿੰਘ ਹੱਲਾ ਕਰਕੇ ਛੁਡਾਇਆ ਕਰਦੇ ਸਨ। ਹਾਂਜੀ, ਕੋਈ ਮਾਰੇ ਬੋ ਤੁਮਨ ਕਰ। ਔਰ ਜਦ ਅਬਦਾਲੀ ਜਿਹੜਾ ਸੀ ਉਹ ਵੱਡੀਆਂ ਫੌਜਾਂ ਲੈ ਕੇ ਸਿੱਖਾਂ ਨੂੰ ਛੋਟੇ ਛੋਟੇ ਜਥਿਆਂ 'ਚ ਘੇਰ ਕੇ ਮਾਰਦਾ ਸੀ। ਸਿੰਘ ਮਾਰੇ ਬਿਦ ਸਿਓ ਥੋੜ। ਸਿੰਘ ਤਰੀਕੇ ਨਾਲ ਮਾਰਦੇ ਸਨ। ਸਿੰਘ ਵਿਧੀ ਨਾਲ ਥੋੜੇ ਸਨ ਸਿੰਘ, ਤੇ ਇਸ ਕਰਕੇ ਉਹ ਰਾਤ ਬਰਾਤੇ ਜਿੱਥੇ ਦਾ ਲੱਗਦਾ ਸੀ ਉੱਥੇ ਤੁਰਕਾਂ ਨੂੰ ਮਾਰਦੇ ਸਨ, ਤੇ ਅਬਦਾਲੀ ਸਿੱਖਾਂ ਦੇ ਜਥਿਆਂ ਦੇ ਜਥੇ ਖਤਮ ਕਰ ਦਿੰਦਾ ਸੀ। ਯਾਨੀ ਕਿ ਉਹ ਜੇ 500 1000 ਸਿੱਖ ਹੋਵੇ ਤਾਂ ਅਬਦਾਲੀ ਲਈ ਮਾਰਨਾ ਕੋਈ ਔਖਾ ਨਹੀਂ ਸੀ, ਕਿਉਂਕਿ ਉਹਦੇ ਕੋਲ ਫੌਜ ਹੀ ਬੜੀ ਜ਼ਿਆਦਾ ਸੀਗੀ। ਤੇ 3 ਲੱਖ ਫੌਜ ਉਹ ਕਾਬਲ ਤੋਂ ਲੈ ਕੇ ਆਇਆ। ਪੰਜਾਬ 'ਚੋਂ ਵੀ ਉਹਨੇ ਭਰਤੀ ਕਰ ਲਈ ਫੌਜ, ਤੇ ਪੰਜਾਬ ਦੇ ਆਮ ਲੋਕ ਵੀ ਉਦੋਂ ਪੈਸੇ ਦੇ ਲਾਲਚ ਵਿੱਚ ਆ ਕੇ ਸਿੱਖਾਂ ਨੂੰ ਗ੍ਰਿਫਤਾਰ ਕਰਾ ਦਿਆ ਕਰਦੇ ਸਨ, ਸਿੱਖਾਂ ਨੂੰ ਮਰਵਾ ਦਿਆ ਕਰਦੇ ਸਨ। ਇਸ ਤਰ੍ਹਾਂ ਸਿੱਖਾਂ ਦੀ ਜਾਨ ਦੇ ਉੱਤੇ ਮੁਸੀਬਤ ਬਣੀ ਹੋਈ ਸੀ। ਚੌਪਈ ਕਛੂ ਸਿੰਘ ਲੋਕ ਦੇਸੈ ਰਹਿ। ਕੁਝ ਸਿੰਘ ਪੰਜਾਬ ਦੇ ਵਿੱਚ ਜੰਗਲਾਂ ਵਿੱਚ ਬੇਲਿਆਂ 'ਚ ਲੁਕ ਕੇ ਟਾਈਮ ਕੱਟਦੇ ਸਨ। ਕਛੂ ਸਿੰਘ ਝੱਲ ਮਦ ਲੋਕ ਰਹਿ। ਕੁਝ ਸਿੰਘ ਝੱਲਾਂ ਵਿੱਚ, ਬੇਲਿਆਂ ਵਿੱਚ, ਜਿਵੇਂ ਕਾਹਨੂੰਆਣ ਦੇ ਛੰਭਾਂ ਵਿੱਚ, ਜਿੱਥੇ ਕੋਈ ਨਾ ਦੇਖੇ ਉੱਥੇ ਲੁਕ ਕੇ ਟਾਈਮ ਕੱਟਦੇ ਸਨ। ਔਰ ਸਿੰਘ ਜਾ ਮਾਲਵੇ ਵੜੇ। ਕਈ ਸਿੰਘਾਂ ਦੇ ਜਥੇ ਮਾਲਵੇ ਨੂੰ ਚਲੇ ਗਏ। ਠੀਕਰੀਵਾਲ, ਬਰਨਾਲਾ, ਤਪਾ, ਇਸੇ ਤਰ੍ਹਾਂ ਜੈਤੋ ਤੇ ਬਠਿੰਡਾ, ਭਗਤਾ ਭਾਈ ਕਾ, ਇਹਨਾਂ ਸਾਰਿਆਂ ਇਲਾਕਿਆਂ 'ਚ ਸਿੰਘਾਂ ਦੇ ਦਲਾਂ ਦੇ ਦਲ ਰਹਿੰਦੇ ਸਨ। ਇਕੱਠੇ ਦਲ ਹੋਏ ਰਹਿ ਸੋ ਖੜੇ। ਮਾਲਵੇ ਵਿੱਚ ਬੁੱਢਾ ਦਲ ਦਾ ਬਹੁਤ ਜ਼ਿਆਦਾ ਆਵਾਜਾਈ ਸੀਗੀ। ਉਹ ਸਿੰਘ ਜ਼ਿਆਦਾ ਮਾਲਵੇ 'ਚ ਰਹਿੰਦੇ ਸਨ। ਤੇ ਨਵਾਬ ਕਪੂਰ ਸਿੰਘ ਜੀ, ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ, ਉਹ ਮਾਲਵੇ 'ਚ ਸਮਾਂ ਕੱਟਿਆ ਕਰਦੇ ਸਨ ਜਾ ਕੇ। ਦੋਹਰਾ ਮਾਝੇ ਮੈਥੋਂ ਸਿੰਘ ਰਹਿਓ, ਹਾਟੂ ਸਿੰਘ ਤਿਸ ਨਾਮ। ਉਸ ਵੇਲੇ ਇੱਕ ਬਹਾਦਰ ਸਿੰਘ ਦੀ ਕੱਲੇ ਦੀ ਦਾਸਤਾਨ ਪੰਥ ਪ੍ਰਕਾਸ਼ ਆਈ ਹੈ। ਮਾਝੇ ਦਾ ਇੱਕ ਸਿੰਘ ਸੀਗਾ, ਉਹਦਾ ਨਾਮ ਸੀ ਹਾਟੂ ਸਿੰਘ। ਬਹੁਤ ਘੱਟ ਲੋਕਾਂ ਨੇ ਇਹਦਾ ਨਾਮ ਸੁਣਿਆ, ਪਰ ਇਹ ਬੜਾ ਇੱਕ ਚੋਣਵਾਂ ਯੋਧਾ ਹੋਇਆ। ਹਾਟੂ ਸਿੰਘ ਇਹਦਾ ਨਾਮ ਸੀਗਾ। ਸੂਰਾ ਪੂਰਾ ਹੱਟੀ ਤਪੀ, ਕਾਨਾ ਕਾਚਾ ਗ੍ਰਾਮ। ਇਹਦਾ ਪਿੰਡ ਕਾਨਾ ਕਾਛਾ ਲਾਹੌਰ ਦੇ ਲਾਗੇ। ਜੋ ਭਾਈ ਸਾਹਿਬ ਭਾਈ ਬਚਿੱਤਰ ਸਿੰਘ ਜੀ ਦਾ ਪਰਿਵਾਰ, ਸ਼ਹੀਦ ਭਾਈ ਬਚਿੱਤਰ ਸਿੰਘ ਜਿਨ੍ਹਾਂ ਨੇ ਹਾਥੀ ਦਾ ਮੁਕਾਬਲਾ ਕੀਤਾ, ਉਹਨਾਂ ਦਾ ਪਰਿਵਾਰ ਕਾਨੇ ਕਾਛੇ ਰਹਿੰਦਾ ਸੀ। ਵੈਸੇ ਤਾਂ ਉਹ ਭਾਈ ਮਨੀ ਸਿੰਘ ਦੇ ਪੁੱਤਰ ਸਨ, ਅਲੀਗੜ੍ਹ ਜ਼ਿਲ੍ਹਾ ਮੁਲਤਾਨ ਦੇ, ਪਰ ਜਦੋਂ 10ਵੇਂ ਪਾਤਸ਼ਾਹ ਦੇ ਸਮੇਂ ਭਾਈ ਬਚਿੱਤਰ ਸਿੰਘ ਜੀ ਅਨੰਦਪੁਰ ਸਾਹਿਬ ਰਹਿੰਦੇ ਸਨ, ਉਹਨਾਂ ਦੇ ਪੁੱਤਰ ਪੋਤਰੇ ਜਿਹੜੇ ਪਰਿਵਾਰ ਅੱਗੋਂ ਹੋਇਆ, ਉਹ ਕਾਨੇ ਕਾਛੇ ਪਿੰਡ ਰਹਿੰਦੇ। ਹੁਣ ਉਹ ਰਾਜਪੁਰੇ ਦੇ ਲਾਗੇ ਰਹਿੰਦੇ ਹਨ। ਸੋ ਸਾਧ ਸੰਗਤ ਜੀ, ਉੱਥੇ ਦਾ ਇੱਕ ਸਿੰਘ ਹੋਇਆ, ਉਹਦਾ ਨਾਮ ਸੀ ਹਾਟੂ ਸਿੰਘ। ਉਹ ਕਾਨੇ ਕਾਛੇ ਪਿੰਡ ਦਾ, ਲਾਹੌਰ ਦੇ ਲਾਗੇ ਦਾ ਰਹਿਣ ਵਾਲਾ। ਹਠੀ ਤਪੀ ਜਤੀ ਸਤੀ, ਪੂਰਾ ਜਪੀ ਤਪੀ ਬਾਣੀ ਦਾ ਰਸੀਆ, ਸੂਰਬੀਰ ਯੋਧਾ ਸਿੰਘ ਸੀਗਾ। ਚੌਪਈ ਗਿਲਜਨ ਟਿੰਗ ਨਿਸ ਲਾਗਿਓ ਆਏ। ਇੱਕ ਦਿਨ ਘੋੜੇ ਤੇ ਸਵਾਰ ਹੋ ਕੇ ਹਾਟੂ ਸਿੰਘ ਨੇ ਇਰਾਦਾ ਕੀਤਾ ਕਿ ਮੈਂ ਅਹਿਮਦ ਸ਼ਾਹ ਅਬਦਾਲੀ ਨੂੰ ਮਾਰ ਦਿਆਂ। ਕੱਲੇ ਸਿੰਘ ਨੇ ਅਬਦਾਲੀ ਨੂੰ ਮਾਰਨ ਦਾ ਗੁਰਮਤਾ ਮਨ ਵਿੱਚ ਸੋਧ ਲਿਆ, ਤੇ ਅਹਿਮਦ ਸ਼ਾਹ ਅਬਦਾਲੀ ਦੇ ਤੰਬੂ ਦੇ ਲਾਗੇ, ਯਾਨੀ ਕਿ ਜਿੱਥੇ ਉਹ ਅਬਦਾਲੀ ਦਾ
ਕੈਂਪ ਲੱਗਾ ਸੀ, ਗਿਲਜਿਆਂ ਦੀ ਫੌਜ ਸੀ, ਉਹ ਘੋੜਾ ਦੌੜਾ ਕੇ ਆਇਆ। ਸੋ ਫਿਰ ਗਇਓ ਨਾ ਲਾਗਿਓ ਦਾਏ। ਪਰ ਇੱਧਰ ਉੱਧਰ ਉਹਨੇ ਦੇਖਿਆ, ਅਬਦਾਲੀ ਦਾ ਪਤਾ ਨਾ ਲੱਗਿਆ, ਦਾ ਨਹੀਂ ਲੱਗਿਆ ਸਿੰਘ ਦਾ। ਭੇਸ ਬਦਲ ਕੇ ਆਇਆ ਤਾਂ ਸੀ, ਪਰ ਅਬਦਾਲੀ ਦਾ ਉਹ ਹਾਠੂ ਸਿੰਘ ਨੂੰ ਪੱਕਾ ਟਿਕਾਣਾ ਜਾਂ ਮੌਕਾ ਨਹੀਂ ਬਣਿਆ ਮਾਰਨ ਦਾ। ਹਾਂਜੀ, ਫਿਰ ਕੇ ਜਾਤ ਗਿਲਜਨ ਲਖ ਲਿਓ। ਪਰ ਜਦੋਂ ਅਬਦਾਲੀ ਨਾ ਲੱਭਾ ਤੇ ਹਾਠੂ ਸਿੰਘ ਜਾਣ ਲੱਗਾ ਵਾਪਸ, ਪਠਾਣਾ ਨੂੰ ਸ਼ੱਕ ਹੋ ਗਿਆ ਵੀ ਬੰਦਾ ਓਪਰਾ ਹੈ, ਇਹ ਕਿਹੜੇ ਕੋਈ ਸਾਡਾ ਬੰਦਾ ਨਹੀਂ, ਸਾਡੀ ਫੌਜ ਦਾ ਬੰਦਾ ਨਹੀਂ ਹੈ। ਪਠਾਣਾ ਦੀ ਸ਼ਕਲਾਂ ਸੂਰਤਾਂ ਹੋਰ ਹੁੰਦੀਆਂ, ਪੰਜਾਬੀਆਂ ਦੀਆਂ ਹੋਰ ਹੁੰਦੀਆਂ, ਇਸ ਕਰਕੇ ਵੀ ਸਿੰਘ ਦਾ ਰੂਪ ਰੰਗ ਵੱਖਰਾ ਹੀ ਪਛਾਣਿਆ ਗਿਆ। ਘੋੜੋ ਜਾਤ ਤਿਲਕ ਤੈ ਪਰਿਓ। ਜਦੋਂ ਉਹ ਦੌੜਨ ਲੱਗਾ, ਉਹਦਾ ਘੋੜਾ ਤਿਲਕ ਗਿਆ, ਘੋੜਾ ਤਿਲਕ ਕੇ ਡਿੱਗ ਪਿਆ। ਹਾਠੂ ਸਿੰਘ ਘੋੜੇ ਥੱਲੇ ਆ ਗਿਆ। ਉੱਠਣ ਨਾ ਦਇਓ ਘੋੜੇ ਤਲ ਆਇਓ। ਘੋੜੇ ਦੇ ਥੱਲੇ ਆ ਗਿਆ, ਉੱਠਣ ਦੀ ਕੋਸ਼ਿਸ਼ ਕੀਤੀ, ਪਰ ਅਬਦਾਲੀਆਂ ਦੀ ਫੌਜ ਨੇ ਘੇਰਾ ਪਾ ਲਿਆ। ਉੱਠਣ ਨਾ ਪਇਓ ਗਿਲਜਨ ਫੜ ਲਿਓ। ਉੱਠਣਾ ਪਾਇਆ ਹੀ ਨਹੀਂ। ਅਬਦਾਲੀ ਦੇ ਸਿਪਾਹੀਆਂ ਨੇ, ਪਠਾਣਾ ਨੇ ਜਵਾਨ ਨੂੰ, ਹਾਠੂ ਸਿੰਘ ਨੂੰ ਫੜ ਲਿਆ। ਅਹਿਮਦ ਸ਼ਾਹ ਪੈ ਸੋ ਪਹੁੰਚਾਇਓ। ਉਹਨੂੰ ਬੰਨ ਕੇ ਹੱਥ ਕੜੀਆਂ ਲਾ ਕੇ ਅਹਿਮਦ ਸ਼ਾਹ ਅਬਦਾਲੀ ਦੇ ਸਾਹਮਣੇ ਪੇਸ਼ ਕਰ ਦਿੱਤਾ। ਖੂਨੀ ਗੱਜ ਕੇ ਆਗੇ ਪਾਇਓ। ਤੇ ਉਹਨੇ ਕਹਿੰਦੇ ਅਬਦਾਲੀ ਨੂੰ ਜਦੋਂ ਅਬਦਾਲੀ ਦੇ ਪੇਸ਼ ਕੀਤਾ, ਅਬਦਾਲੀ ਨੇ ਆਖਿਆ ਤੂੰ ਕੌਣ ਹੈ? ਉਹਨੇ ਆਖਿਆ ਮੈਂ ਸਿੰਘ ਹਾਂ। ਅਬਦਾਲੀ ਕਹਿੰਦਾ ਸਿੰਘ ਤਾਂ ਸ਼ੇਰ ਹੁੰਦਾ। ਉਹ ਕਹਿੰਦਾ ਮੈਂ ਸ਼ੇਰ ਹਾਂ। ਕਹਿੰਦੇ ਫਿਰ ਤੂੰ ਹਾਥੀ ਦਾ ਮੁਕਾਬਲਾ ਕਰੇਗਾ? ਉਹਨੇ ਆਖਿਆ ਹਾਂ ਮੈਂ ਕਰਾਂਗਾ। ਕਹਿੰਦੇ ਅਬਦਾਲੀ ਬੜਾ ਹੈਰਾਨ ਹੋਇਆ ਉਹਦਾ ਨਿਸ਼ਚਾ ਵੇਖ ਕੇ ਵੀ ਇਹ ਇਕੱਲਾ। ਉਹਨੇ ਪੁੱਛਿਆ ਤੂੰ ਕਿਉਂ ਆਇਆ ਸੀ? ਉਹਨੇ ਆਖਿਆ ਮੈਂ ਤੈਨੂੰ ਮਾਰਨ ਆਇਆ ਸੀ, ਮੈਂ ਤੈਨੂੰ ਮਾਰ ਕੇ ਤੇਰਾ ਸਿਰ ਵੱਢ ਕੇ ਲੈ ਜਾਣਾ ਸੀਗਾ। ਜਦੋਂ ਅਬਦਾਲੀ ਨੇ ਇਹ ਸੁਣਿਆ, ਉਹਨੇ ਆਖਿਆ ਇਹਨੂੰ ਤੇ ਮਾਰ ਦੇਣਾ ਚਾਹੀਦਾ। ਉਹਨੇ ਖੂਨੀ ਹਾਥੀ ਦੇ ਅੱਗੇ ਭਾਈ ਹਾਠੂ ਸਿੰਘ ਜੀ ਨੂੰ ਪਾ ਦਿੱਤਾ ਵੀ ਖੂਨੀ ਹਾਥੀ ਪੈਰ ਦੇ ਥੱਲੇ ਦੱਬ ਕੇ ਮਾਰ ਦਵੇ। ਸੋ ਗਜ ਖੂਨੀ ਤਿਸੈ ਨਾ ਮਾਰੈ। ਪਰ ਪਰਮੇਸ਼ਰ ਦੀ ਖੇਡ ਹੈ, ਉਹਦਾ ਸ਼ੇਰ ਵਰਗਾ ਰੋਹਬ ਨਜ਼ਰ ਆਵੇ ਤੇ ਹਾਥੀ ਉਹਦੇ ਨੇੜੇ ਨਾ ਜਾਵੇ। ਉਹਨੂੰ ਹਾਥੀ ਨੂੰ ਅੱਗੇ ਕਰਨ ਵੀ ਤੂੰ ਚਾੜੇ ਦੇ ਉੱਤੇ। ਤੇ ਗੁਰੂ ਸਾਹਿਬ ਜੀ ਜਿਵੇਂ ਬਾਣੀ 'ਚ ਭਗਤ ਕਬੀਰ ਜੀ ਦੀ ਬਾਣੀ 'ਚ ਆਉਂਦਾ ਨਾ, ਕੁੰਚਰ ਪੋਟ ਲੈ ਲੈ ਨਮਸਕਾਰ ਹੈ, ਬੂਝੀ ਨਹੀਂ ਕਾਜੀ ਅੰਧਿਆਰ ਹੈ। 3 ਵਾਰ ਪਤੀਆ ਭਰ ਲੀਨਾ, ਮਨ ਕਠੋਰ ਅਜਹੂ ਨਾ ਪਤੀਨਾ। 3 ਵਾਰੀ ਕਬੀਰ ਜੀ ਦੇ ਉੱਤੇ ਹਾਥੀ ਚਾੜਨ ਦੀ ਕੋਸ਼ਿਸ਼ ਕੀਤੀ ਸੀ ਬਾਦਸ਼ਾਹ ਸਿਕੰਦਰ ਲੋਧੀ ਨੇ, ਪਰ ਹਾਥੀ ਡਰਦਾ ਮਾਰਾ ਦੂਰੋਂ ਹੀ ਚੀਕਾ ਮਾਰਦਾ। ਹਸਤ ਭਾਗ ਕੇ ਚੀਸਾ ਮਾਰ, ਉਹ ਪਿਛਾ ਨੂੰ ਭੱਜਦਾ ਤੇ ਚੀਕਾ ਮਾਰਦਾ। ਤੇ ਕਾਜੀ ਨੂੰ ਸਮਝ ਨਹੀਂ ਆ ਰਹੀ ਵੀ ਇਹ ਤਾਂ ਉਹਦੇ ਹਾਥੀ ਨੂੰ ਉਹਦੇ 'ਚ ਪਰਮੇਸ਼ਰ ਦਿਸ ਰਿਹਾ ਹੈ, ਭੈ ਆ ਰਿਹਾ। ਅੱਜ ਬਾਬਾ ਹਾਠੂ ਸਿੰਘ ਜੀ ਪਏ ਨੇ ਬੰਨੇ ਹੋਏ, ਹੱਥ ਕੜੀਆਂ ਲਾ ਕੇ, ਬੇੜੀਆਂ ਪਾ ਕੇ ਹਾਥੀ ਲਿਆਂਦਾ ਹਾਠੂ ਸਿੰਘ ਤੇ ਚਾੜਨ ਵਾਸਤੇ। ਹਾਥੀ ਨੂੰ ਸ਼ੇਰ ਨਜ਼ਰ ਆਉਂਦਾ ਉਹਦੇ ਵਿੱਚੋਂ ਵੀ ਇਹ ਤਾਂ ਕੋਈ ਬੱਬਰ ਸ਼ੇਰ ਹੈ, ਤੇ ਉਹਦੇ ਨੇੜੇ ਨਹੀਂ ਜਾਂਦਾ ਡਰਦਾ ਮਾਰਾ। ਸ਼ਾਹ ਮੁਹਾਵਤ ਦੇ ਰਹਿਓ ਗਾਰੈ। ਜਿਹੜਾ ਬਾਦਸ਼ਾਹ ਦੇ ਹਾਥੀ ਦਾ ਚਲਾਉਣ ਵਾਲਾ ਮੁਹਾਵਤ, ਉਸ ਹਾਥੀ ਦੇ ਉਹਨੂੰ ਗਾਲਾਂ ਕੱਢਦਾ ਵੀ ਅੱਗੇ ਚੜ, ਪਰ ਹਾਥੀ ਅੱਗੇ ਪੈਰ ਨਹੀਂ ਪੁੱਟਦਾ। ਫਿਰ ਹਾਥੀ ਸੰਗ ਪੈਰ ਬੰਦਾਇਆ। ਫਿਰ ਭਾਈ ਸਾਹਿਬ ਦੇ ਪੈਰ, ਭਾਈ ਸਾਹਿਬ ਨੂੰ ਹਾਥੀ ਦੇ ਪੈਰ ਨਾਲ ਬੰਨ ਦਿੱਤਾ। ਤੋ ਵੀ ਹਾਥੀ ਨਾ ਮਰਾਇਆ। ਹਾਥੀ ਦੇ ਪੈਰ ਨਾਲ ਬੰਨਿਆ, ਕਿੰਨਾ ਚਿਰ ਵੱਜਾ ਰਿਹਾ, ਪਰ ਹਾਥੀ ਨੇ ਮਾਰਿਆ ਨਹੀਂ ਉਹਨੂੰ। ਤਬੇ ਸਾਏ ਗਜ ਔਰ ਮੰਗਾਇਆ। ਤਾਂ ਬਾਦਸ਼ਾਹ ਨੇ ਇੱਕ ਹੋਰ ਹਾਥੀ ਮੰਗਾਇਆ, ਅਹਿਮਦ ਸ਼ਾਹ ਅਬਦਾਲੀ ਨੇ। ਸੋ ਪੀਵਾਂ ਕੋ ਮਾਰਨ ਨਾ ਤਾਇਆ। ਉਹ ਦੂਜੇ ਹਾਥੀ ਨੇ ਵੀ ਹਾਠੂ ਸਿੰਘ ਨੂੰ ਨਹੀਂ ਮਾਰਿਆ। ਪਹਿਲਾ ਹਾਥੀ ਤਾਂ ਖਲੋ ਗਿਆ ਤੇ ਦੂਜਾ ਵੀ ਖਲੋ ਗਿਆ। ਹਾਂਜੀ, ਤਬੇ ਸਾਹਿਬੋ ਗੁੱਸਾ ਖਾਈ। ਤਾਂ ਬਾਦਸ਼ਾਹ ਨੇ ਗੁੱਸਾ ਖਾ ਕੇ ਹਾਥੀਆਂ ਵਾਲਿਆਂ ਨੂੰ ਗਾਲਾਂ ਕੱਢੀਆਂ। ਦੋਈ ਹਾਥੀ ਟੰਗ ਦੋਈ ਬੰਦਾਈ। ਫਿਰ ਉਹਨਾਂ ਨੇ ਕੀ ਕੀਤਾ, ਭਾਈ ਹਾਠੂ ਸਿੰਘ ਦੀ ਇੱਕ ਲੱਤ ਇੱਕ ਹਾਥੀ ਦੇ ਪੈਰ ਨਾਲ ਬੰਨ੍ਹ ਦਿੱਤੀ ਤੇ ਦੂਜੇ ਹਾਥੀ ਦੇ ਪੈਰ ਨਾਲ ਬੰਨ੍ਹ ਦਿੱਤੀ। ਦੋਹਰਾ ਦੋਵਰ 2 ਗਜ ਲਗੇ, ਸਿੰਘ ਮਦੇ ਦਿਓ ਬੰਦਾਏ। ਸਾਧ ਸੰਗਤ ਦੀ 2 ਪਾਸੇ ਹਾਥੀ ਨੇ, ਇੱਕ ਲੱਤ ਇਸ ਹਾਥੀ ਦੀ ਲੱਤ ਨਾਲ ਬੰਨੀ ਸਿੰਘ ਦੀ, ਦੂਜੀ ਲੱਤ ਇਸ ਹਾਥੀ ਨਾਲ। ਏਦਾਂ ਦੋਵੇਂ ਪਾਸੇ ਹਾਥੀਆਂ ਦੇ ਨਾਲ ਪੈਰ ਬੰਨ ਕੇ ਦਿਓ ਚਿਰਾਏ ਇਮ ਰੋਬਰੋਂ, ਸਾਇ ਸੋ ਗੁੱਸਾ ਖਾਏ। ਹਾਥੀਆਂ ਨੂੰ ਇੱਧਰ ਉੱਧਰ ਤੋੜ ਦਿੱਤਾ ਤੇ ਭਾਈ ਹਾਠੂ ਸਿੰਘ ਜੀ ਨੂੰ ਵਿੱਚੋਂ ਚੀਰ ਕੇ ਅਹਿਮਦ ਸ਼ਾਹ ਅਬਦਾਲੀ ਨੇ ਸ਼ਹੀਦ ਕਰਾਇਆ। ਸੋ ਏਦਾਂ ਦਾ ਅਬਦਾਲੀ ਦੇ ਸਮੇਂ ਇੱਕ ਸੂਰਮਾ ਸਿੰਘ ਗਿਆ ਸੀ, ਭਾਈ ਹਾਠੂ ਸਿੰਘ, ਜਿਹਦਾ ਇਰਾਦਾ ਅਬਦਾਲੀ ਨੂੰ ਕਤਲ ਕਰਨ ਦਾ ਸੀ। ਦੋਹਰਾ ਇੱਕ ਬਸ ਗਿਲ ਜੋ ਰਹਿਓ, ਲੌਰ ਮਾਏ ਸੋ ਬੈਠ। ਅਬਦਾਲੀ ਉਹ ਸਾਲ ਵਾਪਸ ਨਹੀਂ ਗਿਆ, 1 ਸਾਲ ਪੂਰਾ ਲਾਹੌਰ ਬੈਠਾ ਰਿਹਾ। ਅਬਦਾਲੀ ਨੂੰ ਇਸ ਗੱਲ ਦੀ ਚਿੜ ਚੜੀ ਹੋਈ ਸੀ ਕਿ ਮੇਰੇ ਹੁੰਦਿਆਂ ਮਰਹੱਟੇ ਔਰ ਸਿੱਖ ਪੰਜਾਬ ਦੇ ਵਿੱਚ ਕਿਤੇ ਕਬਜ਼ਾ ਨਾ ਕਰ ਲੈਣ। ਮੈਂ ਨਹੀਂ ਬਰਦਾਸ਼ਤ ਕਰਨਾ ਕਿਸੇ ਦੂਸਰੀ ਕੌਮ ਨੂੰ
ਮੇਰਾ ਹੀ ਰਾਜ ਹੋਵੇਗਾ। ਬਹੁਤ ਫੌਜ ਤਿਨ ਰੱਖ ਲਈ 400 ਬੇਦੇ ਹੇਠ। ਪਹਿਲਾਂ 3 ਲੱਖ ਫੌਜ ਤਾਂ ਕਾਬਲ ਤੋਂ ਲਿਆਇਆ ਸੀ ਪਠਾਣਾ ਦੀ, ਫਿਰ ਉਹਨੇ ਪੰਜਾਬ ਦੇ ਅਤੇ ਕਸ਼ਮੀਰ ਦੇ ਤੇ ਪੱਖਰ ਦੇਸ਼, ਸਿੰਧ ਦੇਸ਼ ਦੇ ਜਿਹੜੇ ਲੋਕ ਸਨ ਉਹਨਾਂ ਚੋਂ ਫੌਜਾਂ ਹੋਰ ਭਰਤੀ ਕਰ ਲਈਆਂ। ਪੈਸਾ ਉਹਦੇ ਕੋਲ ਬਹੁਤ ਹੋ ਗਿਆ, ਉਹਨੇ ਤੋੜ ਦਿੱਲੀ ਤੱਕ ਲੁੱਟਮਾਰ ਕਰ ਲਈ ਸੀ, ਕੋਇਲ ਤੱਕ, ਅਲੀਗੜ੍ਹ ਤੱਕ ਤੇ ਮਥੁਰਾ ਲੁੱਟੀ ਸੀ। ਇਸ ਕਰਕੇ ਅਰਬਾਂ ਖਰਬਾਂ ਰੁਪਈਆ ਦੇ ਖਜ਼ਾਨੇ 'ਚ ਜਮ੍ਹਾਂ ਸੀ। ਇਸ ਕਰਕੇ ਉਹਨੇ ਬਹੁਤ ਜ਼ਿਆਦਾ ਜਿਹੜਾ ਫੌਜ ਸੀ ਉਹ ਭਰਤੀ ਕਰ ਲਈ। ਚੌਪਈ ਸਿੰਘ ਮਾਲਵੇ ਇਕੱਠੇ ਹੋਏ। ਸਿੰਘ ਜਿਹੜੇ ਸਨ ਉਹ ਪੰਜਾਬ ਖਾਸ ਕਰਕੇ ਮਾਝੇ ਚੋਂ ਨਿਕਲ ਗਏ। ਸਿੰਘਾਂ ਦੀ ਮਾਝੇ 'ਚ ਕੋਈ ਪੇਸ਼ ਨਹੀਂ ਸੀ ਜਾ ਰਹੀ। ਸਿੰਘ ਮਾਲਵੇ ਦੇਸ਼ ਵਿੱਚ ਯਾਨੀ ਜਿਹੜਾ ਬਠਿੰਡੇ ਦਾ ਬਰਨਾਲੇ ਦਾ ਇਲਾਕਾ ਹੈ, ਉਧਰ ਸਰਦਾਰ ਆਲਾ ਸਿੰਘ ਜੀ ਪਟਿਆਲੇ ਵਾਲੇ ਔਰ ਕਈ ਸਿੱਖ ਸਰਦਾਰ ਜਿਹੜੇ ਮਲਵਈ ਸਨ, ਉਹਨਾਂ ਕੋਲ ਸਿੰਘਾਂ ਦਾ ਇਕੱਠ ਹੋਇਆ। ਰੈ ਭੁੱਖੇ ਕੁਛ ਗੁਜ਼ਰ ਨਾ ਹੋਏ। ਸਿੰਘ ਭੁੱਖੇ ਰਹਿੰਦੇ ਆ, ਗੁਜ਼ਾਰਾ ਨਹੀਂ ਹੁੰਦਾ, ਕਿਉਂਕਿ ਫੌਜ ਖਾਲਸੇ ਦੀ ਬੜੀ ਸੀ ਤੇ ਇੰਨੀ ਫੌਜ ਦਾ ਰਾਸ਼ਨ ਪਾਣੀ ਕਿੱਥੋਂ ਆਵੇ, ਕੰਮ ਦਾ ਕੋਈ ਹੈ ਨਹੀਂ ਸੀ, ਖੇਤੀਬਾੜੀ ਸਰਕਾਰ ਕਰਨ ਨਹੀਂ ਸੀ ਦਿੰਦੀ, ਲੁੱਟ ਕੇ ਖਾਣਾ ਪੈਂਦਾ ਸੀ। ਲੁੱਟਣਾ ਕਿਹੜਾ ਸੌਖਾ ਸੀਗਾ, ਉਹ ਵੀ ਸਰਕਾਰ ਦੇ ਖਜ਼ਾਨੇ ਕਿਤੇ ਲੱਭਣਗੇ ਤਾਂ ਲੁੱਟਣਗੇ, ਐਵੇਂ ਤਾਂ ਉਹ ਵੀ ਨਹੀਂ ਪਏ ਸਨ। ਸਿੰਘਾਂ ਦੇ ਉਹ ਜਿਹੜਾ ਸਨ 1758 ਦਾ ਸਾਲ ਸੀਗਾ, ਉਹ ਭੁੱਖਮਰੀ ਦਾ ਸਾਲ ਸੀਗਾ। ਬੜੇ ਔਖੇ ਜੰਗਲਾਂ ਵਿੱਚ ਰਹਿੰਦੇ ਸਨ। ਤਾਂ ਬੀਕਾਨੇਰੀਏ ਸਿੰਘ ਬੁਲਾਏ। ਉਹਨਾਂ ਸਿੰਘਾਂ ਨੂੰ ਉਸ ਵੇਲੇ ਰੋਟੀ ਦੀ ਬੜੀ ਪਰੇਸ਼ਾਨੀ ਸੀ। ਮਾਲਵੇ 'ਚ ਕੋਈ ਕੰਮਕਾਰ ਨਹੀਂ। ਮਾਲਵੇ ਜਿਹੜਾ ਸਾਧ ਸੰਗਤ ਜੀ ਬਠਿੰਡੇ ਦਾ ਇਲਾਕਾ, ਇਹ ਉਹਨਾਂ ਦਿਨਾਂ 'ਚ ਇੰਨਾ ਉਪਜਾਊ ਨਹੀਂ ਸੀ ਹੁੰਦਾ। ਗੁਰੂ ਕਲਗੀਧਰ ਪਾਤਸ਼ਾਹ ਨੇ ਵਾਰ ਦਿੱਤਾ ਹੌਲੇ ਹੌਲੇ। ਮਹਾਰਾਜ ਨੇ ਇਹ ਵੀ ਬਚਨ ਆਉਂਦਾ ਹੈ ਵੀ ਮਹਾਰਾਜ ਨੇ ਆਖਿਆ ਡਲਿਆ ਉਹ ਦੇਖ ਕਣਕਾਂ, ਕਹਿੰਦਾ ਜੀ ਇੱਥੇ ਕਿੱਥੇ ਕਣਕਾਂ, ਇੱਥੇ ਤਾਂ ਝਾੜ ਨੇ। ਮਹਾਰਾਜ ਕਹਿੰਦੇ ਉਹ ਦੇਖ ਕਮਾਦ ਖੜੇ ਨੇ, ਕਹਿੰਦਾ ਜੀ ਕਾਨੇ ਨੇ। ਮਹਾਰਾਜ ਕਹਿੰਦੇ ਉਹ ਦੇਖ ਬਾਗ ਲੱਗੇ ਨੇ, ਕਹਿੰਦਾ ਮਹਾਰਾਜ ਮਲੇ ਬੇਰ ਵੀ ਨਹੀਂ ਲੱਭਦੇ ਇੱਥੇ ਕਿੱਥੇ। ਸਤਿਗੁਰੂ ਕਹਿੰਦੇ 3 ਵਾਰੀ ਤੂੰ ਬਚਨ ਪਲਟਾ ਦਿੱਤਾ, ਉਹ ਤੂੰ 7 ਬਚਨ ਕਹੀ ਜਾਂਦਾ ਤੇ ਹੁਣੇ ਹੀ ਚਲਾ ਦਿੰਦੇ, ਨਹਿਰਾਂ ਚਲਦੀਆਂ, ਇੱਥੇ ਕਣਕਾਂ ਹੁੰਦੀਆਂ। 300 ਸਾਲ ਬਾਅਦ ਹੋਣਗੀਆਂ, ਸਾਡਾ ਬਚਨ ਪੂਰਾ ਹੋਵੇ। ਹੁਣ 300 ਸਾਲ ਬਾਅਦ ਦੇਖੋ ਮਾਲਵੇ ਸਾਧ ਸੰਗਤ ਦੀ ਕਿੰਨੀਆਂ ਰੌਣਕਾਂ ਲੱਗੀਆਂ। ਬਠਿੰਡਾ ਜ਼ਿਲ੍ਹਾ, ਬਰਨਾਲਾ, ਇੱਧਰ ਫਸਲਾਂ ਬਹੁਤ ਹੁੰਦੀਆਂ, ਪਰ ਉਸ ਜ਼ਮਾਨੇ 'ਚ ਕੋਈ ਨਹੀਂ ਸੀ। ਬਾਜਰਾ ਹੁੰਦਾ ਸੀ, ਮੋਠ ਹੁੰਦੇ ਸਨ, ਤੇ ਉਹ ਵਿਚਾਰੇ ਜਿਹੜੇ ਮਲਵਈ ਸਿੱਖ ਸਨ ਉਹਦਾ ਆਪਣੀ ਰੋਟੀ ਮਸੀਂ ਚਲਾਉਂਦੇ ਸਨ। ਇੰਨੀਆਂ ਹਜ਼ਾਰ ਸਿੱਖਾਂ ਦੀਆਂ ਫੌਜਾਂ, ਕਈ 20-20 ਹਜ਼ਾਰ, 50-50 ਹਜ਼ਾਰ ਬੁੱਢਾ ਦਲ, ਤਰਨਾ ਦਲ ਆ ਜਾਂਦਾ ਸੀ, ਕਿੱਥੋਂ ਰੋਟੀ ਦਿੰਦੇ ਹੋ। ਫਿਰ ਸਿੱਖਾਂ ਨੇ ਸੋਚਿਆ ਵੀ ਕਿਸੇ ਦੀ ਨੌਕਰੀ ਕਰ ਲਈਏ। ਤਾਂ ਜਿਹੜਾ ਸੀ ਨਾ ਬੀਕਾਨੇਰ ਦਾ ਸੂਬ ਰਾਜਾ, ਹਿੰਦੂ ਰਾਜਾ, ਉਹਨੇ ਸਿੰਘਾਂ ਨੂੰ ਸੱਦ ਲਿਆ। ਕਈ ਹਜ਼ਾਰ ਉਹਾਂ ਪਹੁੰਚ ਜਾਏ। ਕਈ ਹਜ਼ਾਰ ਸਿੰਘਾਂ ਦਾ ਦਲ, ਬੀਕਾਨੇਰ ਦੇ ਰਾਜੇ ਨੂੰ ਫੌਜ ਦੀ ਲੋੜ ਸੀ। ਉਹਨੇ ਸਿੰਘਾਂ ਨੂੰ ਆਖਿਆ ਮੇਰੇ ਕੋਲ ਆ ਜਾਓ, ਮੇਰੇ ਕੋਲੋਂ ਮਾਇਆ ਲੈ ਲਓ ਤੇ ਨਾਲੇ ਤੁਸੀਂ ਇੱਥੇ ਆਪਣਾ ਟਾਈਮ ਪਾਸ ਕਰ ਲਓ। ਜੈਸਲਮੇਰ ਪਰ ਦੈ ਚੜਾ। ਬੀਕਾਨੇਰ ਦੇ ਰਾਜੇ ਦੀ ਜੈਸਲਮੇਰ ਦੇ ਰਾਜੇ ਨਾਲ ਲੜਾਈ ਸੀ। ਉਧਰ ਰਾਜਪੂਤਾਂ ਦੀ ਆਪਸ 'ਚ ਕਾਫੀ ਸਮੇਂ ਲੜਾਈ ਚੱਲਦੀ ਰਹਿੰਦੀ ਸੀ, ਫੌਜਾਂ ਰੱਖਣੀਆਂ ਪੈਂਦੀਆਂ ਸਨ। ਸੋ ਬੀਕਾਨੇਰੀਏ ਰਾਜੇ ਨੇ ਸਿੱਖਾਂ ਦੀ ਫੌਜ ਨੂੰ ਜੈਸਲਮੇਰ ਤੇ ਹੱਲਾ ਕਰਨ ਲਈ ਚੜਾ ਦਿੱਤਾ। ਤਿੰਨ ਕੋ ਕੰਮ ਤਿੰਨ ਦਿਓ ਬਣਾਏ। ਉਹ ਜਿਹੜੇ ਮਾਲਵੇ 'ਚ ਸਿੰਘ ਬੈਠੇ ਸੀਗੇ ਨਾ, ਕਈ ਮਹੀਨਿਆਂ ਤੋਂ ਔਖੇ ਸਨ ਰੋਟੀ ਪਾਣੀ ਤੋਂ, ਉਹਨਾਂ ਦਾ ਕੰਮ ਬਣ ਗਿਆ। ਉਹਨਾਂ ਨੂੰ ਉੱਥੋਂ ਮਾਇਆ ਮਿਲਣ ਲੱਗ ਪਈ ਸਰਕਾਰੀ ਖਜ਼ਾਨਿਆਂ ਵਿੱਚੋਂ। ਤਬ ਤਿੰਨ ਦਿਨੋਂ ਸਿੰਘ ਹਟਾਏ। ਜਦੋਂ ਕੰਮ ਬਣ ਗਿਆ, ਜੈਸਲਮੇਰ ਦਾ ਮੋਰਚਾ ਫਤਿਹ ਸਿੱਖਾਂ ਨੇ ਕਰਤਾ, ਬੀਕਾਨੇਰੀਏ ਨੇ ਸਿੰਘਾਂ ਨੂੰ ਨੌਕਰੀਆਂ ਜਵਾਬ ਦੇਤਾ। ਯਾਨੀ ਉਹ ਵੀ ਮਤਲਬ ਦਾ 6 ਮਹੀਨੇ ਸਾਲ ਦਾ ਕੰਮ ਜਿਹੜਾ ਸੀਗਾ ਉਹ ਸੋਚਿਆ ਵੀ ਕਰ ਲਓ, ਤੇ ਉਸ ਤੋਂ ਬਾਅਦ ਫਿਰ ਸਿੱਖਾਂ ਨੂੰ ਨੌਕਰੀ ਜਵਾਬ ਦੇਤਾ। ਸੋਨਾ ਦਿਓ ਜੋ ਆਖੇ ਥਾਏ। ਜਿਹੜੀ ਮਾਇਆ ਕਹੀ ਸੀ, ਸਿੰਘ ਨੌਕਰੀ ਇਦਾਂ ਨਹੀਂ ਸੀ ਕਰਦੇ ਵੀ ਇੱਕ ਸਿਪਾਹੀ ਦੀ ਇੰਨੀ ਤਨਖਾਹ ਹੈ, ਇਦਾਂ ਸਿੱਖ ਤਨਖਾਹ ਨਹੀਂ ਸੀ ਲੈਂਦੇ, ਇਕੱਠਾ ਮਾਮਲਾ ਲੈਂਦੇ ਸੀ ਵੀ ਇੰਨੇ ਲੱਖ ਰੁਪਈਆ ਲਵਾਂਗੇ, ਤੇਰਾ ਕੰਮ ਕਰ ਦਿਆਂਗੇ। ਉਹ ਜਿਹੜਾ ਪੈਸਾ ਉਹਨਾਂ ਨੇ ਕਿਹਾ ਸੀ ਨਾ ਕਈ ਹਜ਼ਾਰਾਂ ਜਾਂ ਲੱਖਾਂ ਵਿੱਚ, ਉਹ ਬੀਕਾਨੇਰੀਏ ਰਾਜੇ ਨੇ ਦਿੱਤਾ ਨਹੀਂ। ਕੁਛ ਸਿੰਘਨ ਕੋ ਪੈਸਾ ਰਹਿਓ। ਉਹ ਸਿੰਘਾਂ ਦਾ ਪੈਸਾ ਰਹਿ ਗਿਆ, ਨਹੀਂ ਦਿੱਤਾ ਬੀਕਾਨੇਰ ਦੇ ਰਾਜੇ ਨੇ। ਸੋਪੀ ਨਾ ਦਿਓ ਜਿਉ ਥੋਂ ਕਹਿਓ। ਉਹ ਜਿਹੜਾ ਕਿਹਾ ਸੀ ਉਹ ਨਹੀਂ ਦਿੱਤਾ। ਜਦੋਂ ਖਾਲਸੇ ਨੂੰ ਫਿਰ ਦਲ ਤਿਸ ਮੁਲਕ ਦਲ ਹੋ ਕੇ ਮਾਰਿਓ। ਫਿਰ ਬਾਬਾ ਜੱਸਾ ਸਿੰਘ ਜੀ ਨੇ ਕਿਹਾ ਵੀ ਇਹਨੂੰ ਲੁੱਟੀਏ ਹੁਣ, ਜਿਹੜਾ ਸਾਡੇ ਨਾਲ ਧੋਖਾ ਕਰਦਾ। ਫਿਰ ਖਾਲਸੇ ਨੇ ਬੀਕਾਨੇਰ ਦੇ ਰਾਜੇ ਦੇ ਇਲਾਕੇ ਵਿੱਚ ਵੀ ਫਿਰ ਲੁੱਟ ਮਾਰ ਸ਼ੁਰੂ ਕਰ ਦਿੱਤੀ। ਖਾਲਸੇ ਨੇ ਆਸ ਕਸ਼ਟ ਸਹਾਰਿਓ। ਸੋ ਇਸ ਤਰ੍ਹਾਂ ਸਿੰਘੋ ਦੇਖੋ ਭਾਈ ਰਤਨ ਸਿੰਘ ਜੀ ਲਿਖਦੇ ਆ ਕਿ 1758 'ਚ ਖਾਲਸੇ ਨੇ ਬੜੀਆਂ ਮੁਸੀਬਤਾਂ ਚੱਲੀਆਂ। ਗੁਰੂ ਗੋਬਿੰਦ ਸਿੰਘ ਜੀ ਦੀ ਜੋਤੀ ਜੋਤ ਸਮਾਉਣ ਤੋਂ 50 ਸਾਲ ਬਾਅਦ
ਕਿਉਂਕਿ 8 ਵਿੱਚ ਮਹਾਰਾਜ ਜੋਤੀ ਜੋ ਸਮਾਏ ਹੈ, ਇਹ 58 ਦੀ ਘਟਨਾ ਹੈ। ਉਸ ਸਾਲ ਸਿੱਖਾਂ ਨੇ ਰੋਟੀ ਬੜੀ ਮੁਸ਼ਕਲ ਔਖੀ ਖਾਧੀ, ਜੰਗਲਾਂ ਦੇ ਵਿੱਚ ਰਹਿਣੇ, ਮਾਰੂਥਲਾਂ ਦੇ ਵਿੱਚ। ਤੇ ਬੀਕਾਨੇਰ ਤੇ ਤੁਹਾਨੂੰ ਪਤਾ ਹੀ ਹੈ, ਉਧਰ ਗੰਗਾ ਨਗਰ ਬੀਕਾਨੇਰ ਵੱਲ ਉਧਰ ਮਾਰੂਥਲ ਹੁੰਦੇ, ਰੇਤਾ ਹੀ ਰੇਤਾ ਹੁੰਦਾ, ਤੇ ਉਹਨਾਂ ਮਾਰੂਥਲਾਂ ਵਿੱਚ ਸਿੰਘ ਰਹਿੰਦੇ ਸਨ ਜਾ ਕੇ। ਦੋਹਰਾ ਸਿੰਘਨ ਖਰਸੋ ਨੈ ਤੁਰੇ, ਤੋਂ ਖਾਲਸੇ ਕਰੀ ਸਲਾਹ। ਹੁਣ ਖਾਲਸੇ ਦਾ ਖਰਚਾ ਬੰਦ ਹੋ ਗਿਆ। ਜਿਹੜੀ ਬੀਕਾਨੇਰ ਦੇ ਰਾਜੇ ਤੋਂ ਉਮੀਦ ਸੀ ਕਿ ਸਾਨੂੰ ਖਰਚਾ ਦੇਵੇਗਾ, ਉਹ ਵੀ ਗੱਲ ਕੋਈ ਨਾ ਬਣੀ, ਤੇ ਖਰਚੇ ਤੋਂ ਤੰਗ ਆ ਕੇ ਸਿੰਘਾਂ ਨੇ ਗੁਰਮਤਾ ਕੀਤਾ। ਮਾਰੋ ਮੁਲਕ ਕੋਈ ਤੋੜ ਕਰ, ਫਿਰ ਬੈਠ ਮਾਲਵੇ ਖਾਏ। ਵੀ ਕੋਈ ਐਸਾ ਇਲਾਕਾ ਹੋਵੇ ਤਗੜਾ ਜਿੱਥੇ ਸਰਕਾਰ ਦੇ ਖਜ਼ਾਨੇ ਬਹੁਤ ਹੋਣ, ਆਪਾਂ ਉਹ ਲੁੱਟ ਲਈਏ ਤੇ ਮਾਲਵੇ 'ਚ ਬਹਿ ਕੇ ਰੋਟੀ ਖਾਈ ਜਾਵਾਂਗੇ। ਕੋਈ 2-4 ਲੱਖ 10 ਲੱਖ ਰੁਪਈਆ ਕਿਤੋਂ ਮਿਲੇ, ਕਿਉਂਕਿ ਫੌਜ ਥੋੜੀ ਨਹੀਂ ਸੀ, ਸਿੰਘਾਂ ਦੀ ਫੌਜ ਹਜ਼ਾਰਾਂ ਦੀ ਤਾਦਾਦ ਵਿੱਚ। ਹੁਣ ਤੁਸੀਂ ਸੋਚੋ, ਇੱਕ ਟੱਬਰ ਦੀ ਰੋਟੀ ਦਾ ਆਪਾਂ ਬੰਦੋਬਸਤ ਕਰਨਾ ਹੋਵੇ, ਕਿੰਨੇ ਪਾਪੜ ਵੇਲਣੇ ਪੈਂਦੇ, ਜਿੰਨੇ ਜੀ ਹੋਣ ਉਹਨਾਂ ਨੂੰ ਕੰਮ ਕਰਨਾ ਪੈਂਦਾ ਤਾਂ ਰੋਟੀ ਖਾਣ ਨੂੰ ਮਿਲਦੀ। ਤੇ ਉੱਥੇ ਦਾ ਸਿੰਘਾਂ ਦਾ ਦਲ ਹੀ ਬੜਾ ਤਗੜਾ ਸੀਗਾ, ਹਜ਼ਾਰਾਂ ਸਿੰਘ ਸਨ, ਨਾਲ ਬੱਚੇ ਵੀ ਸਨ, ਬੀਬੀਆਂ ਵੀ ਸਨ, ਘੋੜਿਆਂ ਦਾ ਵੀ ਖਰਚਾ ਸੀ ਬਹੁਤ। ਇਸ ਕਰਕੇ ਖਾਲਸੇ ਨੇ ਸੋਚਿਆ ਵੀ ਕਿ ਮੁਲਕ ਮਾਰੀਏ ਹੁਣ, ਤੇ ਫਿਰ ਮਾਲਵੇ 'ਚ ਬਹਿ ਕੇ ਖਾਵਾਂਗੇ। ਚੌਪਈ ਤਬ ਖਾਲਸੇ ਮਲਵਈ ਬੁਲਾਏ। ਤਾਂ ਬਾਬਾ ਜੱਸਾ ਸਿੰਘ ਜੀ ਅਤੇ ਹੋਰ ਸਿਆਣੇ ਸਿੰਘਾਂ ਨੇ ਮਲਵਈਆਂ ਨਾਲ ਸਲਾਹ ਕੀਤੀ। ਮਲਵਈ ਜਿਹੜੇ ਮਾਲਵੇ ਦੇ ਸਰਦਾਰ ਸੀ, ਆਲਾ ਸਿੰਘ ਵਰਗੇ ਔਰ ਸਰੂਪ ਸਿੰਘ ਵਰਗੇ, ਸੁਖਚੈਨ ਸਿੰਘ, ਇਹ ਜਿਹੜੇ ਰਾਜੇ ਸਨ, ਨਾਭਾ, ਜੀਂਦ, ਇਹਨਾਂ ਸਰਦਾਰਾਂ ਨਾਲ ਸਲਾਹ ਕੀਤੀ। ਫਿਰ ਹੋਏ ਆਗੇ ਕੋ ਮੁਲਕ ਬਤਾਏ। ਸਿੰਘਾਂ ਨੇ ਪੁੱਛਿਆ ਮਲਵਈਆਂ ਨੂੰ, ਦੱਸੋ ਵੀ ਭਾਈ ਅੱਗੇ ਕੋਈ ਤੁਹਾਡੇ ਕੋਈ ਇਲਾਕਾ, ਮੁਲਕ ਦੱਸੋ ਜਿੱਥੇ ਸਰਕਾਰ ਦੇ ਖਜ਼ਾਨੇ ਖੁੱਲੇ ਹੋਣ, ਤੇ ਆਪਾਂ ਉੱਥੋਂ ਜਾ ਕੇ ਸਰਕਾਰੀ ਖਜ਼ਾਨਾ ਲੁੱਟੀਏ, ਨਹੀਂ ਤਾਂ ਫਿਰ ਸਾਡਾ ਗੁਜ਼ਾਰਾ ਇੰਨੀ ਫੌਜ ਦਾ ਹੋਣਾ ਨਹੀਂ। ਆਲੋ ਸਿੰਘ ਓ ਬੁੱਢੋ ਸਿੰਘ ਭਾਈ। ਆਲਾ ਸਿੰਘ ਤੇ ਬੁੱਢਾ ਸਿੰਘ ਇਹ ਮਲਵਈਆਂ ਦੇ ਸਰਦਾਰ ਸਨ, ਜਿਹਦੇ ਨਾਂ ਨੇ ਪੱਟੀ ਆਲਾ। ਆਲੇ ਦੀ ਪੱਟੀ ਆਲਾ ਵਸਿਆ, ਪਹਿਲਾਂ ਬਰਨਾਲੇ ਰਹਿੰਦਾ ਸੀ ਆਲਾ ਸਿੰਘ। ਉੱਥੇ ਦੇ ਚੁੱਲ੍ਹੇ ਵੀ ਸਨ ਜਿੱਥੇ ਲੰਗਰ ਚੱਲਦਾ ਸੀ, ਉੱਥੇ ਖਾਲਸੇ ਨੂੰ ਇਹ ਲੰਗਰ ਛਕਾਉਂਦਾ। ਠੀਕਰੀਵਾਲ ਪਿੰਡ ਵਿੱਚ ਬਾਬਾ ਕਪੂਰ ਸਿੰਘ ਦੇ ਹੱਥੋਂ ਇਹਨੇ ਅੰਮ੍ਰਿਤਪਾਨ ਕੀਤਾ ਸੀ। ਸੋ ਆਲਾ ਸਿੰਘ ਤੇ ਬੁੱਢਾ ਸਿੰਘ ਸਰਦਾਰਾਂ ਨੇ ਗੁਰਬਖਸ਼ ਸਿੰਘ ਲਿਓ ਬੁਲਾਈ। ਤੇ ਗੁਰਬਖਸ਼ ਸਿੰਘ ਕੈਥਲ ਵਾਲਾ, ਇਹ ਜਿਹੜਾ ਭਾਈ ਭਗਤੂ ਜੀ ਹੋਏ ਨੇ, ਧੰਨ ਗੁਰੂ ਰਾਮਦਾਸ ਸਾਹਿਬ ਚੌਥੇ ਪਾਤਸ਼ਾਹ ਦੇ ਸੇਵਕ ਭਾਈ ਆਦਮ ਤੇ ਮਾਈ ਭਿੱਖਾਂ। ਤੇ ਮਾਈ ਭਿੱਖਾਂ ਨੇ ਆਖਿਆ ਸੀ, ਮਹਾਰਾਜ ਸੋਨੇ ਦੀ ਮਧਾਣੀ ਹੋਵੇ, ਪੋਤਰੇ ਨੋ ਦੁੱਧ ਰਿੜਕਦੀ ਵੇਖਾਂ। ਮਹਾਰਾਜ ਨੇ ਆਖਿਆ ਇੱਕ ਵਾਰ ਮੰਗ ਲੈ, ਤੇ ਕਹਿੰਦੀ ਬਈ ਇੱਕੋ ਹੀ ਤਾਂ ਮੰਗਿਆ, ਸੋਨੇ ਦੀ ਮਧਾਣੀ ਹੋਵੇ, ਪੋਤਰੇ ਨੋ ਦੁੱਧ ਰਿੜਕਦੀ ਵੇਖਾਂ। ਉਹਦੇ ਘਰ ਰੋਟੀ ਵੀ ਕੋਈ ਨਹੀਂ ਸੀ, ਗਰੀਬੀ ਬੜੀ ਸੀ, ਸ਼ਰੀਕਾਂ ਨੇ ਘਰੋਂ ਕੱਢਿਆ ਹੋਇਆ ਸੀ, ਤੇ 50 ਸਾਲ ਤੋਂ ਉੱਤੇ ਉਮਰ ਹੋ ਗਈ, ਬੱਚਾ ਕੋਈ ਨਹੀਂ ਸੀ, ਤੇ ਅੱਖਾਂ ਰੋ ਰੋ ਕੇ ਅੰਨੀਆਂ ਹੋ ਗਈਆਂ। ਤੇ ਮਹਾਰਾਜ ਗੁਰੂ ਰਾਮਦਾਸ ਸਾਹਿਬ ਕਹਿੰਦੇ ਇੱਕ ਵਾਰ ਮੰਗ, ਕਹਿੰਦੀ ਜੀ ਇੱਕੋ ਹੀ ਮੰਗਿਆ ਵੀ ਸੋਨੇ ਦੀ ਮਧਾਣੀ ਹੋਵੇ, ਪੋਤਰੇ ਨੋ ਦੁੱਧ ਰਿੜਕਦੀ ਵੇਖਾਂ। ਤੇ ਕਹਿਣ ਲੱਗੇ ਤੂੰ ਤੇ 3 ਵਾਰ ਮੰਗੇ ਨੇ, ਸੋਨੇ ਦੀ ਮਧਾਣੀ ਰਾਜਿਆਂ ਦੇ ਘਰ ਹੁੰਦੀ ਹੈ, ਗਰੀਬਾਂ ਦੇ ਘਰ ਨਹੀਂ। ਤੂੰ ਰਾਜ ਮੰਗਿਆ, ਤੇਰੇ ਕੁੱਲ 'ਚ ਰਾਜ ਹੋਵੇਗਾ। ਫਿਰ ਪੋਤਰੇ ਨੂੰ ਤਾਂ ਹੁੰਦੀ ਹੈ ਜੇ ਪੁੱਤਰ ਜੰਮੇ, ਪੁੱਤਰ ਵੀ ਮੰਗ ਰਿਹਾ, ਔਲਾਦ ਮੰਗ ਲਈ। ਅੱਗੇ ਵੇਖਾਂ, ਅੱਖਾਂ ਤੋਂ ਬਿਨਾਂ ਵੇਖਣਾ ਨਹੀਂ ਹੁੰਦਾ, ਤੇਰੀਆਂ ਅੱਖਾਂ ਗਈਆਂ ਨੇ, ਤੂੰ ਨਜ਼ਰ ਵੀ ਮੰਗ ਲਈ, ਜਾਂ ਤੇਰੇ ਮਹਾਰਾਜ ਗੁਰੂ ਰਾਮਦਾਸ ਕਹਿੰਦੇ ਇਦਾਂ ਹੀ ਹੋਵੇਗਾ। ਉਹਦੇ ਘਰ ਫਿਰ ਸਾਧ ਸੰਗਤ ਭਾਈ ਭਗਤੂ ਜੀ ਬ੍ਰਹਮ ਗਿਆਨੀ ਪੈਦਾ ਹੋਏ, ਜਿਨ੍ਹਾਂ ਨੇ 4 ਪਾਤਸ਼ਾਹੀਆਂ ਦੀ ਸੇਵਾ ਕੀਤੀ। ਭਗਤੂ ਦਾ ਪੁੱਤਰ ਗੋਰਾ, ਗੋਰੇ ਦਾ ਪੁੱਤਰ ਦਿਆਲਦਾਸ, ਜਿਹੜੇ 10ਵੇਂ ਪਾਤਸ਼ਾਹ ਦੇ ਸਮੇਂ ਅੰਮ੍ਰਿਤ ਛਕਿਆ, ਦਿਆਲ ਸਿੰਘ ਬਣਿਆ। ਉਹਦੇ ਗਾਂ ਫਿਰ ਅੱਗੋਂ ਭਾਈ ਗੁਰਬਖਸ਼ ਸਿੰਘ ਜੀ, ਲਾਲ ਸਿੰਘ ਜੀ, ਦੇਸੂ ਸਿੰਘ, ਸਾਰੇ ਅਗਾਂਹ ਦੀ ਗਾਂਹ ਹੋਏ। ਤੇ ਮਹਾਰਾਜਾ ਉਦੇ ਸਿੰਘ, ਜਿਹਦੇ ਕੋਲ ਰਹਿ ਕੇ ਭਾਈ ਸੰਤੋਖ ਸਿੰਘ ਜੀ ਨੇ ਇਤਿਹਾਸ ਲਿਖਿਆ ਸੂਰਜ ਪ੍ਰਕਾਸ਼। ਸੋ ਪਿਆਰਿਓ, ਗੁਰਬਖਸ਼ ਸਿੰਘ ਨੂੰ ਵੀ ਮਲਵਈਆਂ ਨੂੰ, ਕੈਥਲ ਦੇ ਰਾਜੇ ਨੂੰ ਨਾਲ ਲਾ ਲਿਆ। ਤਤ ਖਾਲਸੇ ਨੇ, ਬੁੱਢੇ ਦਲ ਤੇ ਤਰਨੇ ਦਲ ਨੇ। ਦੋਹਰਾ ਆਗੇ ਕਰੇ ਵਕੀਲ ਇਨ ਜੋਨ ਕੋ ਮਿਲ ਪਾਏ। ਇਹਨਾਂ ਦੇ ਵਕੀਲ ਸਿਆਣੇ ਜਿਹੜੇ ਜੁਬੇਦਾਰ ਬੰਦੇ ਸੀਗੇ, ਉਹਨਾਂ ਨੂੰ ਅੱਗੇ ਕਰ ਲਿਆ। ਇਹ ਜਿਹੜਾ ਕੈਥਲ ਹੈ, ਇਹ ਰਿਆਸਤ ਬਾਂਗਰ ਵਿੱਚ ਹੀ ਹੈ ਨਾ, ਇੱਧਰ ਵਧੇ ਫਿਰ ਸਿੰਘ, ਹਾਂਸੀ, ਹਿਸਾਰ, ਜੀਂਦ, ਕੈਥਲ, ਵੀ ਇਹ ਇਲਾਕਾ ਜਿਹੜਾ ਹੈ ਸਰਕਾਰ ਕੋਲੋਂ ਖੋਈਏ, ਮੁਗਲਾਂ ਕੋਲੋਂ, ਇੱਥੇ ਸਿੰਘਾਂ ਦਾ ਰਾਜ ਬਣ ਜਾਏਗਾ, ਨਾਲੇ ਸਿੰਘਾਂ ਦਾ ਇੱਥੇ ਖਰਚਾ ਪਾਣੀ ਚੱਲੇਗਾ। ਹਾਂਜੀ, ਸਿੰਘਣ ਦੇ ਮਿਲਾਏ ਓਏ ਕਰੇ ਆਪਣੇ ਲੇਹ ਬਚਾ। ਗੁਰਬਖਸ਼ ਸਿੰਘ ਭਾਈ ਭਗਤੂ ਕੇ ਪਰਿਵਾਰ ਵਿੱਚੋਂ, ਮਹਾਰਾਜਾ ਆਲਾ ਸਿੰਘ ਪਟਿਆਲੇ ਦਾ ਰਾਜਾ, ਤੇ ਇਸੇ ਤਰ੍ਹਾਂ ਸਾਧ ਸੰਗਤ ਜੀ ਸਰਦਾਰ ਬੁੱਢਾ ਸਿੰਘ ਤੇ ਜੀਂਦ ਵਾਲੇ ਰਾਜਿਆਂ ਦੇ ਵੱਡੇ ਜਿੰਨੇ ਸਰਦਾਰ ਇਕੱਠੇ ਮਲਵਈ ਹੋ ਕੇ ਬਰਾੜ,
ਤੇ ਉਹ ਸਾਰੇ ਬਾਬਾ ਜੱਸਾ ਸਿੰਘ ਦੇ ਨਾਲ ਤੁਰ ਪਏ। ਇਹਨਾਂ ਦੇ ਵਕੀਲਾਂ ਨੂੰ ਕਹਿਤਾ ਵੀ ਤੁਸੀਂ ਜਾ ਕੇ ਅੱਗੇ ਜਿਹੜੇ ਹਿੰਦੂ ਰਾਜੇ ਨੇ ਉਹਨਾਂ ਨੂੰ ਕਹਿ ਦਿਓ ਵੀ ਜੇ ਤੇ ਭਾਈ ਭਲਮਾਨ ਸੀ ਨਾਲ ਖਰਚਾ ਪਾਣੀ ਦਿੰਦੇ ਹੋ ਤੇ ਠੀਕ ਆ, ਨਹੀਂ ਤੇ ਫੌਜਾਂ ਸਿੰਘਾਂ ਦੀਆਂ ਆ ਰਹੀਆਂ ਨੇ ਫਿਰ ਸੋਧਾ ਲੱਗੇਗਾ। ਜਿਹੜੇ ਤੇ ਚੰਗੇ ਹੁੰਦੇ ਸੀ, ਸਿਆਣੇ ਹੁੰਦੇ ਸੀ, ਉਹ ਤੇ ਆਪੇ ਹੀ ਰਸਤਾ ਬਸਤਾ ਲੈ ਕੇ ਆ ਕੇ ਖਲੋ ਜਾਂਦੇ ਵੀ ਖਾਲਸਾ ਜੀ ਆਹ ਲਓ ਲੰਗਰ ਪਾਣੀ ਛਕੋ ਤੇ ਆਰਾਮ ਨਾਲ ਸਾਡੇ ਕੋਲ ਰਹੋ ਤੇ ਸਾਨੂੰ ਹੋਰ ਸੇਵਾ ਦੱਸੋ। ਤੇ ਜਿਹੜਾ ਅੜੇ ਸੋ ਝੜੇ, ਸ਼ਰਨ ਪਰੇ ਸੋ ਤਰੇ, ਉਹ ਫਿਰ ਫਾਰਮੂਲਾ ਖਾਲਸੇ ਨੇ ਬਾਂਗਰ ਦੇਸ਼ ਵਿੱਚ, ਜਿਹੜਾ ਅੱਜ ਕੱਲ੍ਹ ਹਰਿਆਣਾ ਦਾ ਇਲਾਕਾ ਆਪਾਂ ਕਹਿੰਦੇ ਕੈਥਲ ਤੋਂ ਲੈ ਕੇ ਜੀਂਦ, ਨਰਵਾਣਾ, ਰੋਹਤਕ, ਇਹਨੂੰ ਬਾਂਗਰ ਦੇਸ਼ ਕਹਿੰਦੇ ਸੀ। ਉਹ ਬਾਂਗਰ ਦੇਸ਼ ਸਿੰਘਾਂ ਨੇ ਫਿਰ ਫਤਿਹ ਕੀਤਾ। ਚੌਪਈ ਕੈਥਲੀਏ ਹੱਥ ਪਾਈ ਮਿਲਾਏ। ਕੈਥਲੀਏ ਜਿਹੜੇ ਸਨ ਉਹ ਭਾਈ ਗੁਰਬਖਸ਼ ਸਿੰਘ ਜੀ ਦੀ ਸ਼ਰਨ ਪੈ ਗਏ। ਕਹਿਣ ਲੱਗੇ ਸਰਦਾਰ ਜੀ ਸਾਨੂੰ ਬਚਾ। ਉਹਨੇ ਕਿਹਾ ਕੋਈ ਗੱਲ ਨਹੀਂ, ਸਿੰਘ ਆਏ ਹੈ ਤੂੰ ਰਸਤਾ ਪਾਣੀ ਦੇ ਦਿਓ, ਘੋੜਿਆਂ ਨੂੰ ਘਾਹ ਪੱਠਾ ਦੇ ਦਿਓ, ਲੰਗਰ ਪਾਣੀ ਦੀ ਰਸਤ ਦੇ ਦਿਓ, ਕਣਕਾਂ ਦੇ ਦਿਓ, ਜੋ ਤੁਹਾਡੀ ਫਸਲ ਹੁੰਦੀ ਉਹਦੇ ਚੋਂ ਹਿੱਸਾ ਦੇ ਦਿਓ ਤੇ ਸਰਕਾਰ ਤੁਹਾਡੀ ਨੂੰ ਅਸੀਂ ਕੁਝ ਨਹੀਂ ਕਹਿੰਦੇ। ਹਾਂਜੀ, ਆਲੋ ਸਿੰਘ 8 ਖੜੇ ਬਚਾਏ। ਇਸ ਤਰ੍ਹਾਂ ਆਲਾ ਸਿੰਘ ਨੇ 8 ਖੇੜੇ ਜਿਹੜੇ ਸੀ ਬਾਂਗਰ ਦੇ ਬਚਾ ਲਏ ਕਤਲ ਹੋਣ ਤੋਂ। ਆਲਾ ਸਿੰਘ ਜੀ ਇਸ ਪਾਸੇ ਵਾਕ ਵੀ ਬੜੀ ਸੀ। ਹਿੰਦੂ ਜ਼ਿਆਦਾਤਰ ਇੱਧਰ ਚੌਧਰੀ ਹੁੰਦੇ ਸਨ, ਜਾਟ ਜੇ। ਉਹਨਾਂ ਨੂੰ ਆਲਾ ਸਿੰਘ ਨੇ ਕਹਿਤਾ ਵੀ ਜੇ ਭਾਈ ਤੁਸੀਂ ਆਪਣਾ ਬਚਾਅ ਕਰਨਾ, ਸਿੰਘਾਂ ਨੂੰ ਰਸਤਾ ਬਾਣੀ ਦੇ ਦਿਓ, ਸਿੰਘ ਕੁਝ ਨਹੀਂ ਕਹਿਣਗੇ ਤੁਹਾਨੂੰ। ਹਾਂਜੀ, ਮਾਰ ਸਫੀਦੋਂ ਜਿੰਦ ਮਿਲਾਈ। ਫਿਰ ਸਿੰਘਾਂ ਨੂੰ ਸਫੀਦੋਂ 'ਚ ਲੜਾਈ ਕਰਨੀ ਪਈ। ਸਫੀਦੋਂ ਦੇ ਮੁਸਲਮਾਨ ਰਾਠ ਸਿੱਖਾਂ ਨਾਲ ਲੜ ਪਏ। ਸਫੀਦੋਂ ਮਾਰ ਕੇ ਜੀਂਦ ਦੇ ਵਿੱਚ ਮਿਲਾ ਲਈ। ਉੱਥੇ ਤੁਸੀਂ ਕਦੀ ਜੀਂਦ ਜਾਓ ਨਾ ਸਫੀਦੋਂ, ਉੱਥੇ ਮਹਾਰਾਜਾ ਗਜਪਤ ਸਿੰਘ ਜੀ ਦੀ ਸਮਾਧ ਹੈ। ਮਹਾਰਾਜਾ ਗਜਪਤ ਸਿੰਘ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਨਾਨਾ ਜੀਂਦ ਦਾ ਰਾਜਾ ਹੋਇਆ, ਉਹਦੀ ਸਮਾਧ ਸਫੀਦੋਂ ਵਿੱਚ ਹੈ। ਉੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ। ਬਾਬਾ ਤਰਲੋਕ ਸਿੰਘ ਜੀ ਨਿਹੰਗ ਸਿੰਘ ਉੱਥੇ ਸੇਵਾ ਕਰਦੇ। ਸੋ ਸਾਧ ਸੰਗਤ ਜੀ, ਇਸੇ ਤਰ੍ਹਾਂ ਹੋਰ ਕਈ ਇਲਾਕੇ ਸਿੰਘਾਂ ਨੇ ਫਤਿਹ ਕਰ ਲਏ। ਮਲਵਈਨ ਹੱਥ ਕਛ ਪੈਸੋਂ ਚੁਕਾਈ। ਮਲਵਈਆਂ ਦਾ ਵੀ ਹੱਥ ਸੌਖਾ ਹੋ ਗਿਆ ਤੇ ਖਾਲਸੇ ਦਾ ਵੀ। ਹਾਂਜੀ, ਦੋਹਰਾ ਦੌੜ ਸੋ ਹਾਂਸੀ ਜਾਨ ਲੁੱਟੀ, ਨਾਰਨੋਲ ਸੀ ਸਾਰੇ ਮਾਰ। ਹਾਂਸੀ ਹਿਸਾਰ ਜਿਹਨੂੰ ਕਹਿੰਦੇ ਆ, ਨਾਰਨੌਲ, ਇਹ ਜਿਹੜਾ ਬਾਂਗਰ ਦਾ ਇਲਾਕਾ ਅੱਜ ਕੱਲ੍ਹ ਹਰਿਆਣੇ ਦੇ ਵਿੱਚ ਸ਼ਹਿਰ ਆਉਂਦੇ, ਨਾਰਨੌਲ ਵੀ, ਹਾਂਸੀ, ਹਿਸਾਰ, ਭਵਾਨੀ, ਇਹ ਸਾਰਾ ਇਲਾਕਾ ਫਿਰ ਸਿੰਘਾਂ ਨੇ ਫਤਿਹ ਕੀਤਾ। ਫਿਰ ਕਾਮਾ ਪਹਾੜੀ ਲੁੱਟ ਕੇ ਟਿਕ ਜੈਪੁਰ ਦੀਨੋ ਸਾ। ਇਸ ਤਰ੍ਹਾਂ ਸਾਧ ਸੰਗਤ ਜੀ, ਪਹਾੜ ਦਾ ਫਿਰ ਜਿਹੜਾ ਇਲਾਕਾ ਕਾਮਾ ਪਹਾੜੀ, ਉਧਰ ਜਿਹੜੀਆਂ ਛੋਟੀਆਂ ਛੋਟੀਆਂ ਪਹਾੜੀਆਂ ਰਾਜਸਥਾਨ 'ਚ, ਉਹ ਫਤਿਹ ਕਰਕੇ ਫਿਰ ਜੈਪੁਰ ਤੱਕ ਸਿੰਘ ਪਹੁੰਚ ਗਏ। ਜੈਪੁਰ ਦਾ ਇਲਾਕਾ ਫਤਿਹ ਕੀਤਾ ਜਾ ਕੇ। ਚੌਪਈ ਤੋ ਜੈਪੁਰੀਏ ਵਕੀਲ ਪਜਾਏ। ਜੈਪੁਰੀਏ ਰਾਜੇ ਨੇ ਵੇਖਿਆ ਸਿੰਘ ਆ ਗਏ, ਬਹੁਤ ਦਲ ਆ ਗਿਆ, ਖਾਲਸੇ ਫੌਜਾਂ ਆ ਗਈਆਂ। ਜੈਪੁਰੀਆ ਰਾਜਾ ਜਿਹੜਾ ਸੀ ਉਹ ਸਿਆਣਾ ਸੀ, ਕੁਝ ਗੁਰੂ ਘਰ ਦੀ ਉਹ ਗੱਲ ਪਹਿਲਾਂ ਤੋਂ ਜਾਣਦਾ ਸੀ। ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ 8ਵੇਂ ਪਾਤਸ਼ਾਹ ਦਾ ਸੇਵਕ ਰਿਹਾ ਰਾਜਾ ਜੈ ਸਿੰਘ। ਉੱਥੋਂ ਇਹ ਜੈਪੁਰੀਏ ਰਾਜੇ ਗੁਰੂ ਘਰ ਨਾਲ ਜੁੜੇ। 8ਵੇਂ ਪਾਤਸ਼ਾਹ ਜੀ ਮਹਾਰਾਜ ਜਦੋਂ ਦਿੱਲੀ ਬੰਗਲਾ ਸਾਹਿਬ ਆਏ, ਰਾਜਾ ਜੈ ਸਿੰਘ ਦੀ ਬੇਨਤੀ ਤੇ ਹੀ ਆਏ ਸਨ। ਤੇ ਜਦੋਂ ਸਤਿਗੁਰੂ ਆਏ ਸਨ ਤੇ ਰਾਜੇ ਦੇ ਮਨ ਵਿੱਚ ਕਹਿ ਲੋ ਜਾਂ ਰਾਣੀ ਦੇ ਮਨ 'ਚ ਥੋੜਾ ਸ਼ੰਕਾ ਆਇਆ ਵੀ ਉਮਰ ਛੋਟੀ ਹੈ, ਕੋਈ ਸ਼ਕਤੀ ਅਜਮਤ ਹੈ ਜਾਂ ਨਹੀਂ। ਉਹਨਾਂ ਨੇ ਕੀ ਕੀਤਾ ਵੀ ਰਾਣੀ ਜਿਹੜੀ ਸੀ ਉਹ ਤਾਂ ਕੱਪੜੇ ਪਾ ਕੇ ਦਾਸੀਆਂ ਵਾਲੇ ਬੈਠ ਗਈ ਤੇ ਨੌਕਰਾਣੀਆਂ ਨੂੰ ਰਾਣੀਆਂ ਵਾਲੇ ਕੱਪੜੇ ਪਾ ਕੇ ਉਹ ਬਿਠਾ ਦਿੱਤਾ ਵੀ ਜੇ ਗੁਰੂ ਸਾਹਿਬ, ਰਾਣੀ ਨੇ ਆਪਣੇ ਮਨ 'ਚ ਹੀ ਫੁਰਨਾ ਕੀਤਾ ਵੀ ਜੇ ਅੰਤਰਜਾਮੀ ਹਨ ਤਾਂ ਮੇਰੀ ਗੋਦੀ 'ਚ ਆ ਕੇ ਬੈਠਣਗੇ। ਜਦੋਂ ਸਤਿਗੁਰੂ ਹਰਕ੍ਰਿਸ਼ਨ ਸਾਹਿਬ ਜੀ ਬੰਗਲਾ ਸਾਹਿਬ ਬੰਗਲੇ 'ਚ ਵੜੇ ਤੇ ਹੱਥ ਵਿੱਚ ਛੜੀ ਰੱਖਿਆ ਕਰਦੇ ਸਨ ਸਤਿਗੁਰੂ। ਜਿਹੜੇ ਰਾਣੀਆਂ ਦੇ ਉਹ ਜਿਹੜੀਆਂ ਬੈਠੀਆਂ ਸੀ ਸੋਹਣੇ ਸੋਹਣੇ ਕੱਪੜੇ ਪਾ ਕੇ, ਛੋਟੀਆਂ ਰਾਣੀਆਂ, ਵੱਡੀਆਂ ਰਾਣੀਆਂ, ਉਹ ਸਾਰੀਆਂ ਦੇ ਸਿਰ ਤੇ ਮਹਾਰਾਜ ਛੜੀ ਰੱਖੀ ਜਾਂਦੇ ਆ। ਕਹਿੰਦੇ ਇਹ ਪਟਰਾਣੀ ਨਹੀਂ, ਫਿਰ ਕਹਿੰਦੇ ਇਹ ਵੀ ਪਟਰਾਣੀ ਨਹੀਂ, ਇਹ ਵੀ ਪਟਰਾਣੀ ਨਹੀਂ। ਜਦੋਂ ਉਹ ਪਟਰਾਣੀ ਸਾਦੇ ਜਿਹੇ ਕੱਪੜੇ ਪਾ ਕੇ ਬੈਠੀ ਸੀ, ਉਹਦੀ ਗੋਦੀ 'ਚ ਸਤਿਗੁਰੂ ਜਾ ਕੇ ਬਹਿ, ਕਹਿੰਦੇ ਇਹ ਪਟਰਾਣੀ ਹੈ। ਫਿਰ ਉਹਦਾ ਸ਼ੰਕਾ ਮਿਟਿਆ, ਉਹਨੇ ਚਰਨ ਫੜ ਲਏ, ਨਮਸਕਾਰ ਕੀਤੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੂੰ। ਕਹਿੰਦੇ ਮਹਾਰਾਜ ਕਿ ਪ੍ਰਸ਼ਾਦਾ ਛਕੋ। ਮਹਾਰਾਜ ਕਹਿੰਦੇ ਪ੍ਰਸ਼ਾਦਾ ਨਹੀਂ ਛਕਣਾ, ਤੁਸੀਂ ਗੁਰੂ ਦੀ ਪ੍ਰੀਖਿਆ ਲਈ ਹੈ, ਸਾਧੂਆਂ ਸੰਤਾਂ ਦੀ ਪ੍ਰੀਖਿਆ ਨਹੀਂ ਲਈ ਦੀ। ਕਹਿੰਦੇ ਸੰਤਨ ਸੇਤੀ ਮਸ਼ਕਰੀਏ ਡੂਬਣਗੇ ਕਾਮ। ਫਿਰ ਰਾਣੀ ਪੈਰੀ ਪੈ ਗਈ। ਰਾਜੇ ਨੇ ਵੀ ਉਚਰਨ ਪੌਲ ਲੈ ਕੇ ਸਿੱਖੀ ਧਾਰਨ ਕੀਤੀ, ਰਾਜਾ ਜੈ ਸਿੰਘ ਨੇ। ਫਿਰ ਸਤਿਗੁਰੂ ਦੇ ਬਚਨ ਹੋ ਗਿਆ, ਕਹਿਣ ਲੱਗੇ ਰਾਜਾ ਵੀ ਰਾਣੀ ਨੇ ਪ੍ਰੀਖਿਆ ਲਈ ਹੈ, ਤੁਹਾਡੇ ਘਰ ਰਾਣੀ ਦਾ ਰਾਜ ਰਹੇਗਾ। ਹੁਣ ਤੱਕ ਉੱਥੇ ਉਹਨਾਂ ਦੇ ਪਰਿਵਾਰ ਵਿੱਚ ਰਾਣੀ ਦਾ ਹੀ ਰਾਜ ਰਹਿੰਦਾ ਹੈ। ਹੁਣ ਤੱਕ ਵੀ ਉਹ ਰਾਣੀ ਦੀ ਉੱਥੇ ਚੌਧਰ ਹੁੰਦੀ ਹੈ। ਸੋ ਜਦੋਂ ਰਾਣੀ ਨੂੰ ਪਤਾ ਲੱਗਾ, ਜੈਪੁਰ ਦੀ ਜਿਹੜੀ ਉਸ ਵੇਲੇ ਰਾਣੀ ਸੀ, ਜਦੋਂ ਖਾਲਸਾ ਚੜ੍ਹਿਆ ਤਾਂ ਉਹ ਰਾਣੀ ਨੇ, ਰਾਜਿਆਂ ਨੇ, ਜੈਪੁਰ ਦੇ ਪ੍ਰਬੰਧਕਾਂ ਨੇ
ਆਪਣੇ ਵਕੀਲ ਦੁੜਾਏ ਹਨ। ਹਮ ਤੁਮ ਗੁਰ ਕੇ ਸਿੱਖ ਕਹਾਏ। ਸਿੰਘਾਂ ਦੇ ਕੋਲ ਖਬਰ ਭੇਜੀ, ਸਿੰਘੋ ਤੁਸੀਂ ਵੀ ਗੁਰੂ ਕੇ ਸਿੱਖ, ਅਸੀਂ ਵੀ ਗੁਰੂ ਕੇ ਸਿੱਖ। ਸਾਡੇ ਤੇ ਵੀ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਦੀ ਬਖਸ਼ਿਸ਼ ਹੈ, ਸੋ ਆਪਾਂ ਭਾਈ ਭਾਈ ਹਾਂ, ਅਸੀਂ ਆਪਸ 'ਚ ਨਹੀਂ ਲੜਨਾ। ਤੁਸੀਂ ਆਏ ਹੋ ਜੀ ਆਇਆਂ ਨੂੰ, ਸਾਨੂੰ ਕੋਈ ਸੇਵਾ ਦੱਸੋ। ਤੇਗ ਬਹਾਦਰ ਦੱਖਣ ਜੇਤਈ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਨੇ ਪੂਰਬ ਵੱਲ ਜਾਣਾ ਸੀ ਤੇ ਰਾਜਾ ਰਾਮ ਸਿੰਘ ਨੇ ਬੇਨਤੀ ਕੀਤੀ, ਮਹਾਰਾਜ ਮੈਨੂੰ ਨਾਲ ਲੈ ਕੇ ਚੱਲੋ, ਮੇਰੀ ਮਦਦ ਕਰੋ। ਉਦੋਂ ਸਤਿਗੁਰਾਂ ਨੇ ਮੋਰਚਾ ਫਤਿਹ ਕਰਾਇਆ ਸੀ। ਤਬ ਰਾਜੇ ਹਮ ਸ਼ਰਨੈ ਲਈ। ਰਾਜੇ ਨੇ ਸ਼ਰਨ ਲਈ ਸੀ ਸਤਿਗੁਰੂ ਜੀ ਦੀ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ, ਕਿਉਂਕਿ ਉਧਰ ਪੂਰਬ ਦੇ ਵਿੱਚ ਸਾਧ ਸੰਗਤ ਜੀ ਕਾਮਰੂਪ ਦੇ, ਜਿਹਨੂੰ ਆਸਾਮ ਕਹਿੰਦੇ ਹਨ, ਉੱਥੋਂ ਦੇ ਰਾਜੇ ਟੈਕਸ ਨਹੀਂ ਸੰਤਾਰਿਆ ਕਰਦੇ ਤੇ ਕਈ ਸਦੀਆਂ ਤੋਂ ਉਹਨਾਂ ਦੀ ਮੁਗਲਾਂ ਨਾਲ ਲੜਾਈ ਚੱਲਦੀ ਸੀ। ਅਕਬਰ ਦੇ ਸਮੇਂ ਰਾਜਾ ਮਾਨ ਸਿੰਘ ਉਧਰ ਗਿਆ ਸੀਗਾ ਤੇ ਰਾਜੇ ਮਾਨ ਸਿੰਘ ਨੂੰ ਉਧਰ ਦੇ ਰਾਜਿਆਂ ਨੇ ਜਾਦੂਆਂ ਨਾਲ ਪਾਗਲ ਕਰਕੇ, ਜਾਦੂਗਰਨੀਆਂ ਨੇ ਉਹਦਾ ਦਿਮਾਗ ਖਰਾਬ ਕਰ ਦਿੱਤਾ ਤੇ ਉਹ ਦਰਿਆ ਬ੍ਰਹਮਪੁੱਤਰ ਦੇ ਕਿਨਾਰੇ ਤੇ ਝੱਲਿਆਂ ਦੀ ਤਰ੍ਹਾਂ ਪਛਦਾਈ ਹੋ ਕੇ ਮਰ ਗਿਆ। ਇਸ ਕਰਕੇ ਉਹ ਪਰਿਵਾਰ ਵਿੱਚ ਬੜਾ ਡਰ ਸੀਗਾ ਤੇ ਰਾਜੇ ਰਾਮ ਸਿੰਘ ਬਿਸ਼ਨ ਸਿੰਘ ਨੂੰ ਇਹ ਰਾਜਾ ਔਰੰਗਜ਼ੇਬ ਨੇ ਭੇਜਿਆ ਵੀ ਤੂੰ ਜਾ। ਹੁਣ ਉਹਦੀ ਦਾਦੀ ਜਿਹੜੀ ਸੀ ਉਹ ਜਿਉਂਦੀ ਸੀ, ਉਹਨੇ ਆਖਿਆ ਪੁੱਤਰ ਤੇਰਾ ਦਾਦਾ ਗਿਆ ਉਧਰ ਵਾਪਸ ਨਹੀਂ ਆਇਆ ਤੇ ਤੂੰ ਉਧਰ ਜਾਏਗਾ, ਤੂੰ ਵੀ ਵਾਪਸ ਨਹੀਂ ਆਉਣਾ, ਉੱਥੇ ਆਪਣੀ ਜਾਨ ਖਤਰੇ ਵਿੱਚ ਹੈ। ਉਹ ਕਹਿਣ ਲੱਗਾ ਮਾਂ ਫਿਰ ਕਿਸ ਤਰ੍ਹਾਂ ਕਰੀਏ, ਹੁਣ ਜਾਣਾ ਪੈਣਾ, ਜੇ ਨਹੀਂ ਜਾਂਦਾ ਤਾਂ ਔਰੰਗਜ਼ੇਬ ਇੱਥੇ ਮਾਰ ਦੇਵੇਗਾ, ਇੱਥੇ ਵੀ ਮੌਤ ਹੈ ਉੱਥੇ ਵੀ ਮੌਤ ਹੈ, ਜਾਦੂਗਰ ਉੱਥੇ ਮਾਰ ਦੇਣਗੇ, ਇੱਥੇ ਔਰੰਗਜ਼ੇਬ ਮਾਰ ਦੇਗਾ। ਤਾਂ ਉਹ ਰਾਣੀ ਜਿਹੜੀ ਸੀ ਸਿਆਣੀ ਸੀ, ਉਹ ਕਹਿਣ ਲੱਗੀ ਪੁੱਤਰ ਬਈ ਹੋਰ ਕੋਈ ਗੱਲ ਜਾਦੂ ਟੂਣੇ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ, ਪਰ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਘਰ ਦੇ ਉੱਤੇ ਕੋਈ ਜਾਦੂ ਟੂਣਾ ਚੱਲਦਾ ਨਹੀਂ, ਗੁਰਬਾਣੀ ਦੇ ਉੱਤੇ ਤੂੰ ਮਹਾਰਾਜ ਨੂੰ ਬੇਨਤੀ ਕਰ, ਗੁਰੂ ਤੇਗ ਬਹਾਦਰ ਸਾਹਿਬ ਜੀ ਤੇਰੇ ਨਾਲ ਚਲੇ ਜਾਣ ਤਾਂ ਤੇਰੀ ਜਾਨ ਬਚ ਜਾਵੇਗੀ। ਸੋ ਸਨ 1665 ਵਿੱਚ ਜਦੋਂ ਮਹਾਰਾਜ ਪੰਜਵੇਂ ਗੁਰੂ ਨੌਵੇਂ ਪਾਤਸ਼ਾਹ ਜੀ ਰਾਜੇ ਰਾਮ ਸਿੰਘ ਦੇ ਨਾਲ, ਜਿਹਨੂੰ ਬਿਸ਼ਨ ਸਿੰਘ ਕਰਕੇ ਵੀ ਲਿਖਿਆ ਇਤਿਹਾਸ ਵਿੱਚ, ਸਤਿਗੁਰੂ ਜੀ ਨਾਲ ਗਏ ਸਨ ਤੇ ਜਾ ਕੇ ਆਪਣਾ ਪਰਿਵਾਰ ਪਟਨੇ ਸਾਹਿਬ ਛੱਡ ਗਏ, ਜਿੱਥੇ 10ਵੇਂ ਪਾਤਸ਼ਾਹ ਦਾ ਅਵਤਾਰ ਹੋਇਆ। ਆਪ ਬ੍ਰਹਮਪੁੱਤਰ ਦਰਿਆ ਦੇ ਕਿਨਾਰੇ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਧੂਬੜੀ ਸਾਹਿਬ ਹੈ, ਉਹ ਸ਼ਹਿਰ ਦਾ ਨਾਮ ਹੀ ਧੂਬੜੀ ਹੈ। ਧੋਬਣ ਨੇ ਬੜਾ ਭਾਰੀ ਪੱਥਰ ਜਾਦੂ ਨਾਲ ਸੁੱਟਿਆ, ਜਿਹੜਾ ਗੁਰੂ ਸਾਹਿਬ ਜੀ ਮਹਾਰਾਜ ਨੇ ਆਪਣੀ ਸ਼ਕਤੀ ਨਾਲ ਉੱਥੇ ਰੋਕਿਆ। ਹੁਣ ਉੱਥੇ ਉਹ ਪੱਥਰ ਗੱਡਿਆ ਹੋਇਆ ਜ਼ਮੀਨ 'ਚ, ਰਾਜੇ ਦੀ ਫੌਜ ਦਾ ਕੋਈ ਨੁਕਸਾਨ ਨਹੀਂ ਹੋਇਆ। ਫਿਰ ਉਹ ਕਾਮਰੂਪ ਦਾ ਰਾਜਾ ਵੀ ਗੁਰੂ ਸਾਹਿਬ ਦੀ ਸ਼ਰਨ ਪੈ ਗਿਆ ਤੇ ਗੁਰੂ ਸਾਹਿਬ ਨੇ ਦੋਵਾਂ ਰਾਜਿਆਂ ਦੀ ਉੱਥੇ ਸੁਲ੍ਹਾ ਕਰਾਈ ਤੇ ਉੱਥੇ ਹੀ ਉਹ ਰਾਜੇ ਨੇ ਬੇਨਤੀ ਕੀਤੀ, ਮਹਾਰਾਜ ਮੇਰੇ ਘਰ ਬੱਚਾ ਨਹੀਂ ਹੁੰਦਾ, ਪੁੱਤਰ ਨਹੀਂ ਹੁੰਦਾ, ਕਿਰਪਾ ਕਰੋ। ਗੁਰੂ ਤੇਗ ਬਹਾਦਰ ਸਾਹਿਬ ਬੈਠੇ ਹੀ ਆਪਣੇ ਹੱਥ ਦੀ ਛਾਪ ਜਿਹੜੀ ਉਹਦੇ ਪੱਟ ਦੇ ਉੱਤੇ ਲਾ ਕੇ ਬਚਨ ਕਰ ਦਿੱਤਾ ਕਿ ਤੇਰਾ ਪੁੱਤਰ ਹੋਵੇਗਾ, ਉਹਦੇ ਮੱਥੇ ਤੇ ਛਾਪ ਦਾ ਨਿਸ਼ਾਨ ਹੋਵੇਗਾ। ਸੋ ਉਹ ਰਾਜੇ ਦਾ ਪੁੱਤਰ ਰਤਨ ਰਾਏ ਜੰਮਿਆ ਸੀ, ਜਿਹਨੇ ਪ੍ਰਸ਼ਾਦੀ ਹਾਥੀ 5 ਕਲਾ ਸ਼ਸਤਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਆ ਕੇ ਭੇਟਾ ਕੀਤੇ ਸਨ। ਉਹ ਗੱਲ ਨੂੰ ਰਾਣੀ ਯਾਦ ਕਰ ਰਹੀ ਹੈ, ਕਹਿੰਦੀ ਵੀ ਸਾਡੇ ਵੱਡਿਆਂ ਨੇ ਵੀ ਗੁਰੂ ਤੇਗ ਬਹਾਦਰ ਸਾਹਿਬ ਦੀ ਸਹਾਇਤਾ ਨਾਲ ਉਹ ਕਾਮਰੂਪ ਦੇਸ਼ ਵੱਲ ਫਤਿਹ ਪਾਈ ਸੀ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸਾਡੇ ਘਰ ਰਹੇ ਸਨ, ਇਸ ਕਰਕੇ ਉਹ ਰਾਣੀ ਜਿਹੜੀ ਹੁਣ ਹੈ ਉਹ ਕਹਿੰਦੀ ਸਿੰਘੋ ਤੁਸੀਂ ਸਾਡੇ ਭਰਾ ਹੋ, ਤੁਸੀਂ ਗੁਰੂ ਦੇ ਸਿੱਖ ਹੋ, ਅਸੀਂ ਵੀ ਗੁਰੂ ਦੇ ਸਿੱਖ ਹਾਂ। ਹਮ ਤੁਮ ਹੈ ਯੋ ਹੀ ਗੁਰ ਪਾਈ। ਅਸੀਂ ਤੁਸੀਂ ਗੁਰ ਭਾਈ ਹਾਂ, ਤੁਹਾਡਾ ਸਾਡਾ ਆਪਸ ਵਿੱਚ ਵੈਰ ਨਹੀਂ ਹੋਣਾ ਚਾਹੀਦਾ ਕਿਸੇ ਗੱਲ ਤੋਂ ਵੀ। ਮੁਲਕ ਹਮਾਰ ਉਜਾੜੋ ਨਹੀਂ। ਤੁਸੀਂ ਸਾਡਾ ਮੁਲਕ ਨਾ ਉਜਾੜੋ, ਸਾਡਾ ਜੈਪੁਰ ਦਾ ਇਲਾਕਾ ਬਰਬਾਦ ਨਾ ਕਰੋ। ਸਿੰਘੋ ਰਾਸ਼ਨ ਪਾਣੀ ਜਿਹੜਾ ਤੁਹਾਨੂੰ ਚਾਹੀਦਾ ਹੈ ਉਹ ਅਸੀਂ ਨਜ਼ਰਾਨਾ ਭੇਟਾ ਕਰਾਂਗੇ। ਕਈ ਲੱਖ ਰੁਪਈਆ ਰਾਣੀ ਨੇ ਬਾਬਾ ਜੱਸਾ ਸਿੰਘ ਜੀ ਨੂੰ ਭੇਟਾ ਕੀਤਾ। ਤੋ ਸਿੰਘਾਂ ਨੇ ਮੋੜਾ ਲਾਇਆ। ਤਾਂ ਸਿੰਘਾਂ ਨੇ ਉੱਥੋਂ ਮੋੜਾ ਪਾ ਲਿਆ। ਸਿੰਘਾਂ ਨੇ ਆਖਿਆ ਠੀਕ ਹੈ, ਜੇ ਇਸ ਤਰ੍ਹਾਂ ਇਹ ਰਾਣੀ ਗੁਰੂ ਘਰ ਨੂੰ ਮੰਨਣ ਵਾਲੀ ਹੈ ਤੇ ਇਹਨਾਂ ਦਾ ਅਸੀਂ ਨੁਕਸਾਨ ਨਹੀਂ ਕਰਨਾ। ਤੇ ਉਹਨਾਂ ਨੇ ਨਜ਼ਰਾਨੇ ਦੇ ਦਿੱਤੇ। ਗੱਲ ਤਾਂ ਨਜ਼ਰਾਨੇ ਦੀ ਸੀ ਤੇ ਸਿੰਘਾਂ ਨੇ ਉੱਥੇ ਜੈਪੁਰ ਦੇ ਇਲਾਕੇ 'ਚ ਕੋਈ ਬਰਬਾਦੀ ਨਹੀਂ ਕੀਤੀ, ਕੋਈ ਨੁਕਸਾਨ ਨਹੀਂ ਕੀਤਾ, ਪ੍ਰੇਮ ਨਾਲ ਹੀ ਉੱਥੋਂ ਵਾਪਸ ਪਰਤ ਪਏ। ਜਮਨਾ ਢਿੱਗ ਆਏ ਡੇਰਾ ਪਾਇਆ। ਫੇਰ ਸਾਧ ਸੰਗਤ ਜੀ ਜਮਨਾ ਦੇ ਕੋਲ ਆਏ, ਜਿੱਥੇ ਬਾਬਾ ਮਿੱਤ ਸਿੰਘ ਜੀ 10,000 ਸਿੰਘਾਂ ਦੇ ਸਮੇਤ ਜਮਨਾ ਟੱਪ ਕੇ ਰੋਹੇਲੇ ਦਾ ਇਲਾਕਾ ਨਜੀਬ ਖਾਂ ਦਾ ਉਹ ਬੁਰੀ ਤਰ੍ਹਾਂ ਲੁੱਟਿਆ। ਰੋਹੇਲਿਆ ਬਹੁਤ ਜ਼ੁਲਮ ਕਰਦਾ ਸੀ, ਪਠਾਨ ਸੀਗਾ, ਹਿੰਦੂਆਂ ਦੀਆਂ ਬਹੁਆਂ ਬੇਟੀਆਂ ਦੀ ਬੇਅਦਬੀ ਕਰਦਾ ਸੀ। ਉਹਨੂੰ ਸੋਧਾ ਲਾ ਕੇ ਚੁੱਕ ਕੇ ਸੁੱਧ ਤੇ ਉਹ ਇਲਾਕਾ ਫਤਿਹ ਕੀਤਾ। ਪਰ
ਉੱਥੇ ਅਬਦਾਲੀ ਦੀ ਫੌਜ ਇੱਕਦਮ ਜ਼ਿਆਦਾ ਆਉਣ ਕਰਕੇ ਉਹ ਸਿੰਘ ਸ਼ਹੀਦੀਆਂ ਪਾ ਗਏ। ਉਹ ਕਥਾ ਕੱਲ ਨੂੰ ਆਪਾਂ ਸਰਵਣ ਕਰਾਂਗੇ। ਬਾਬਾ ਅਮਿਤ ਸਿੰਘ ਜੀ ਸ਼ਹੀਦ ਜੀ, ਭੁੱਲਾਂ ਚੁੱਕਾਂ ਦੀ ਖਿਮਾ। ਹੇ ਗੋਬਿੰਦ ਹੇ ਗੋਪਾਲ ਹੇ ਦਿਆਲ ਲਾਲ ਗੁਰਨਾਥ ਨਾ ਸਖੇ ਦੀਨ ਦਰਦ ਨਿਵਾਰ ਸਮਰਾਥ ਅਗੰਮ ਪੂਰਨ ਮੋਏ ਮਾਇਆ ਧਾਰ ਮਹਾ ਪਿਆਨ ਨਾਨਕ ਪਾਰ ਉਤਾਰ।